ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਗੌੜੀ ਸੁਖਮਣੀ ਮਹੱਲੇ ਪੰਜਵੇਂ ਦੀ ਬਾਣੀ। 22 ਸ਼ਲੋਕ ਤੇ 22 ਅਸ਼ਟਪਦੀਆਂ ਆਪਾਂ ਵਿਚਾਰ ਚੁੱਕੇ ਹਾਂ। ਆਓ ਅੱਜ 23ਵਾਂ ਸ਼ਲੋਕ ਤੇ 23ਵੀਂ ਅਸ਼ਟਪਦੀ ਦੀ ਆਪਾਂ ਵਿਚਾਰ ਕਰਨੀ ਹੈ। ਸ਼ਲੋਕ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ, ਉਪਦੇਸ਼ ਕਰਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗਿਆਨ ਦਾ ਸੁਰਮਾ ਜਿਹੜਾ ਨੇਤਰਾਂ ਦੇ ਵਿੱਚ, ਉਹ ਹੈ ਗੁਰ, ਜੁਗਤੀ ਬਿੱਧ। ਜਦੋਂ ਨੇਤਰਾਂ ਦੇ ਵਿੱਚ ਪੈਂਦਾ ਹੈ, ਜਿਵੇਂ ਇੱਥੇ ਸਮਝਾਉਂਦੇ ਨੇ, ਨੇਤਰਾਂ ਦੇ ਵਿੱਚ ਗੁਰ ਦਾ ਗਿਆਨ ਦਿੱਤਾ ਪਾਇਆ। ਅਗਿਆਨ ਅੰਧੇਰ ਬਿਨਾਸ਼, ਜਿਹੜੀ ਅਗਿਆਨਤਾ ਦਾ ਅੰਧੇਰਾ ਸੀ ਉਸ ਦਾ ਬਿਨਾਸ਼ ਹੋ ਗਿਆ। ਪਾਇਆ ਕਿਸ ਨੇ? ਗੁਰ ਦਿੱਤਾ ਕਿਸ ਨੇ? ਹਰੀ ਦੀ ਕਿਰਪਾ ਹੋਈ, ਪਰਮੇਸ਼ਰ ਦੀ ਕਿਰਪਾ ਹੋਈ, ਸੰਤਾਂ ਦਾ ਮਿਲਾਪ ਹੋਇਆ। ਸੰਤ ਕੌਣ ਹੁੰਦੇ ਨੇ? ਜਿਨ੍ਹਾਂ ਦਾ ਮਨ ਪ੍ਰਕਾਸ਼ ਹੁੰਦਾ ਹੈ, ਜਿਨ੍ਹਾਂ ਦਾ ਦੇਖਣ ਬ੍ਰਹਮ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ 'ਚ ਸਭ ਧਰਮ ਹੁੰਦੇ ਨੇ, ਜਿਸ ਬਾਰੇ ਆਪਾਂ ਵਿਚਾਰਿਆ ਹੈ। ਸੰਤ ਜਨਾ ਕਾ ਪੇਖਨ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਣੋ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਹੜੇ ਉਸ ਸਰਬ ਵਿਆਪੀ ਪ੍ਰਭੂ ਦੇ ਨਾਲ ਰੱਤੇ ਗਏ, ਉਹ ਸੰਤ ਨੇ। ਐਸਾ ਸੰਤ ਹਰੀ ਦੀ ਕਿਰਪਾ ਦੇ ਨਾਲ ਮਿਲਿਆ, ਜਿਸ ਦੇ ਨਾਲ ਫਿਰ ਨਾਨਕ ਮਨ ਪ੍ਰਕਾਸ਼, ਕਿ ਮਨ ਪ੍ਰਕਾਸ਼ ਹੋ ਗਿਆ। ਜਦੋਂ ਮਨ ਆਪੇ ਦੀ ਪਹਿਚਾਣ ਕਰ ਲੈਂਦਾ ਹੈ, ਪ੍ਰਕਾਸ਼ ਰੂਪ ਨੂੰ ਦੇਖ ਲੈਂਦਾ, ਜਾਣ ਲੈਂਦਾ ਹੈ, ਤੇ ਫਿਰ ਉਸ ਦਾ ਅਗਿਆਨਤਾ ਖਤਮ ਹੋ ਜਾਂਦੀ ਹੈ, ਭਰਮ ਖਤਮ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ ਹੈ। ਇੱਥੇ ਫਿਰ ਉਹ ਸਾਨੂੰ ਸਮਝਾਇਆ ਹੈ। ਇਹ ਕਦੋਂ ਹੁੰਦਾ ਹੈ? ਸੰਤ ਜਨਾਂ ਬਾਰੇ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ ਕਿ ਜਿਨ੍ਹਾਂ ਦੀ ਦ੍ਰਿਸ਼ਟੀ ਅੰਮ੍ਰਿਤ ਹੋ ਜਾਂਦੀ ਹੈ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਤ ਸਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਤਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਦਾਨ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਕੈ ਨਿਕਟ ਨ ਆਵਤ ਕਾਲ। ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਇਹ ਅਵਸਥਾ ਹੈ ਸੰਤ ਜਨਾਂ ਦੀ, ਜਿੱਥੇ ਇੱਕ ਅਵਸਥਾ ਬਣ ਜਾਂਦੀ ਹੈ, ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ। ਨਾਨਕ ਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਐਸਾ ਜਨ ਫਿਰ ਪ੍ਰਭੂ ਦੀ ਕਿਰਪਾ ਨਾਲ ਹੀ ਸੰਗ ਹੁੰਦਾ ਹੈ। ਆਓ ਅੱਗੇ ਅਸ਼ਟਪਦੀ ਦੀ ਵਿਚਾਰ ਕਰਦੇ ਹਾਂ। ਸੰਤ ਸੰਗ ਅੰਤਰ ਪ੍ਰਭ
ਡੀਠਾ। ਹੁਣ ਸੰਤ ਜਨ ਸਾਨੂੰ ਕਿੱਥੇ ਦਿਖਾਉਂਦੇ ਨੇ ਪ੍ਰਭੂ? ਅੰਦਰ। ਅੰਦਰ ਕਿੱਥੇ? 10ਵੇਂ ਦੁਆਰ 'ਚ। 9 ਦੁਆਰਾਂ ਦਾ ਜਿਹੜਾ ਸਰੀਰ ਹੈ ਤੇ 10ਵਾਂ ਦੁਆਰ ਜਿੱਥੇ ਮਾਲਕ ਵਸਦਾ ਹੈ। 10ਵੇਂ ਦੁਆਰ 'ਚੋਂ ਪਰਮੇਸ਼ਰ ਸਾਨੂੰ ਪਾਲ ਰਿਹਾ ਹੈ ਇਸ ਵਾਸਤੇ ਕਿ ਜਿੰਦਾ ਰੱਖ ਰਿਹਾ ਹੈ। ਗੁਫਾ ਵੀ ਜਿਸ ਨੂੰ ਕਹਿ ਦਿੱਤਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਬਜਾਇਆ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਉੱਥੇ ਫਿਰ ਸੰਤ ਜਨ ਦੱਸਦੇ ਨੇ ਵੀ 10ਵੇਂ ਦੁਆਰ 'ਚ ਕਿਵੇਂ ਆਪਾਂ ਜਾਣਾ। ਕਿਸ ਨੇ ਜਾਣਾ ਹੁੰਦਾ ਹੈ? ਸਾਡੇ ਮਨ ਨੇ, ਧਿਆਨ ਨੇ। ਜਦੋਂ ਸੰਤ ਜਨਾਂ ਦਾ ਸੰਗ ਕਰਕੇ ਅੰਤਰਗਤ ਦੇਖਣਾ ਸ਼ੁਰੂ ਕਰਦਾ ਹੈ ਜੀਵ, ਗਿਆਨ ਦਾ ਸੁਰਮਾ ਨੇਤ ਗੁਰ ਦਾ ਗਿਆਨ ਨੇਤਰਾਂ ਦੇ ਵਿੱਚ ਪਾ ਲੈਂਦਾ ਹੈ ਤੇ ਫਿਰ ਉਸ ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਇੱਥੇ ਉਹ ਸਮਝਾਉਂਦੇ ਨੇ ਕਿ ਐਸੇ ਸੰਤ ਜਨਾਂ ਦਾ ਸੰਗ ਹੋਇਆ ਜਿਨ੍ਹਾਂ ਦਾ ਸੰਗ ਕਰਕੇ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਜਿਹੜਾ ਗਿਆਨ ਦਿੱਤਾ ਸਤਿਗੁਰਾਂ ਸੰਤ ਜਨਾਂ ਨੇ, ਗੁਰ ਦਾ ਗਿਆਨ, ਉਸ ਨੂੰ ਵੀ ਨਾਮ ਕਿਹਾ ਹੈ। ਜੋ ਸੰਤ ਜਨਾਂ ਦਾ ਬਚਨ ਹੈ, ਉਹ ਜਦੋਂ ਮਿੱਠਾ ਲੱਗਿਆ, ਸੁਣ ਕੇ ਮੰਨਿਆ, ਤੇ ਉਹਦੇ ਨਾਲ ਫਿਰ ਅੰਤਰ ਪ੍ਰਭੂ ਦਾ ਗਿਆਨ ਹੋਇਆ, ਪ੍ਰਭੂ ਦੇ ਦਰਸ਼ਨ ਹੋਏ। ਸਗਲ ਸਮਗਰੀ ਇੱਕ ਸਕਟ ਮਾਹੇ। ਫਿਰ ਇੱਕ ਹੀ ਸਰੀਰ ਜੋ ਕਿ 10 ਦੁਆਰਾਂ ਦਾ ਹੈ, 10ਵਾਂ ਦੁਆਰ ਬੇਅੰਤ ਹੈ। ਇਸ ਕਰਕੇ ਫਿਰ ਸਾਰਾ ਕੁਝ ਇੱਕ ਸਰੀਰ ਦੇ ਵਿੱਚ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਰਾ ਕੁਝ ਹੀ, ਕਿਉਂਕਿ 10ਵਾਂ ਦੁਆਰ ਬੇਅੰਤ ਹੈ ਜੋ ਕਿ ਸਾਡੇ ਸਰੀਰ ਦਾ ਹਿੱਸਾ ਹੈ। ਜਦੋਂ ਸਾਨੂੰ 10ਵੇਂ ਦੁਆਰ ਦੀ ਸੋਝੀ ਹੋ ਜਾਂਦੀ ਹੈ, ਪਰ ਹੁੰਦੀ ਕਿਵੇਂ ਹੈ? ਜਿਨ੍ਹਾਂ ਨੂੰ ਗੁਰ ਦੀ ਭਾਵਨਾ ਪੈਦਾ ਹੁੰਦੀ ਹੈ, ਉਹ ਗੁਰ ਦਾ ਗਿਆਨ ਲੈ ਕੇ ਫਿਰ ਪ੍ਰਭੂ ਦੀ ਸ਼ਰਨ ਵਿੱਚ ਜਾਂਦੇ ਨੇ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨੌ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਉਹ ਬੇਅੰਤ ਹੈ ਜਿਸ ਦਾ ਅੰਤ ਨਹੀਂ ਪਾਇਆ ਜਾਂਦਾ। ਉੱਥੇ ਫਿਰ ਸਾਰਾ ਕੁਝ ਉਹਦੇ ਵਿੱਚ ਹੀ ਸਾਨੂੰ ਨਜ਼ਰ ਆਉਂਦਾ ਹੈ। ਅਨੇਕ ਰੰਗ ਨਾਨਾ ਦਿਸ਼ਟਾਏ, ਅਨੇਕ ਰੰਗ, ਪ੍ਰਕਾਸ਼, ਨਾਨਾ ਰੂਪ ਵੀ ਤੇ ਦ੍ਰਿਸ਼ਟਮਾਨ ਵੀ ਉਸ ਦੇ ਵਿੱਚ ਨਜ਼ਰ ਆਉਂਦੇ ਨੇ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਜਿਹੜਾ ਅੰਮ੍ਰਿਤ ਪ੍ਰਭੂ ਦੇ ਨਾਮ ਦਾ ਖਜ਼ਾਨਾ ਹੈ, ਉਹ ਵੀ ਇਸੇ 10ਵੇਂ ਦੁਆਰ ਦੇ ਵਿੱਚ ਹੈ ਜੋ ਸਾਡੀ ਦੇਹੀ ਦਾ ਹਿੱਸਾ ਹੈ। ਦੇਹੀ ਮੈਂ ਇਸ ਦਾ ਵਿਸਰਾਮ। ਇਸ ਦਾ ਵਿਸਰਾਮ ਕਿੱਥੇ ਹੈ? ਕਿੱਥੇ ਹੈ ਵਸਦਾ ਨਾਮ? ਦੇਹੀ ਦੇ ਵਿੱਚ। ਕਿੱਥੇ? ਦੇਹੀ ਦੇ ਵਿੱਚ। ਸੁਨ, ਜਿੱਥੇ ਪ੍ਰਭੂ ਵਸਦਾ ਹੈ। ਸੁਨ, ਚੌਥੀ ਸੁਨ, ਜਿੱਥੇ ਜਾ ਕੇ ਮਨ ਸੁਨ ਸਮਾਧ ਦੇ ਵਿੱਚ ਜਾਂਦਾ ਹੈ। ਸੁਨ ਕਿੱਥੇ ਹੈ? ਜਿੱਥੋਂ ਸਾਨੂੰ ਸਵਾਸ ਆਉਂਦਾ ਹੈ, ਜਿੱਥੋਂ ਪੌਣ ਆਉਂਦੀ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਤਰ ਸੋਈ। ਪੌਣ ਸਾਨੂੰ ਸੁਨ ਚੋਂ ਆਉਂਦੀ ਹੈ, ਚੌਥੀ ਸੁਨ ਚੋਂ। ਉੱਥੇ ਹੀ ਫਿਰ ਉਹ ਸੁਨ ਦੇ ਵਿੱਚ ਹੀ ਜਾ ਕੇ ਮਨ ਜਦੋਂ ਸਮਾਉਂਦਾ ਹੈ, ਆਪਾ ਖਤਮ ਕਰ ਦਿੰਦਾ ਹੈ। ਸੁਨ ਸਮਾਦ ਅਨਹਦ, ਅਨਹਦ ਪ੍ਰਗਟ ਹੋ ਜਾਂਦਾ ਹੈ। ਅਨਹਦ ਕੀ ਹੈ? ਕੋਈ ਆਵਾਜ਼ ਨਹੀਂ ਹੈ। ਅਨਹਦ ਹੈ ਪ੍ਰਕਾਸ਼, ਜਿਸ ਦਾ ਕੋਈ ਅੰਤ ਨਹੀਂ, ਜਿਸ ਦੀ ਕੋਈ ਹੱਦ ਨਹੀਂ ਹੈ। ਜਦੋਂ ਚੌਥੀ ਸੁਨ 'ਚ, ਕਿਉਂਕਿ 3 ਸੁਨਾਂ ਦੇ ਵਿੱਚ ਹੱਦ ਹੈ, ਚੌਥੀ ਸੁਨ ਅਨਹਦ ਹੈ। ਅਨਹਦ ਦੇ ਵਿੱਚ ਜਦੋਂ ਮਨ ਪ੍ਰਵੇਸ਼ ਕਰਕੇ ਚੌਥੀ ਸੁਨ 'ਚ, ਫਿਰ ਨਾਦ ਦੀ ਤਰ੍ਹਾਂ ਧਿਆਨ ਉੱਤੇ ਚੁੱਕਦਾ ਹੈ ਮਨ, ਜਿਸ ਨੂੰ ਵਿਸਮਾਦ ਨਾਦ ਕਿਹਾ ਹੈ। ਕਿਉਂਕਿ ਇੱਥੇ ਦਾ ਭੇਦ ਜਿਹੜਾ ਸਾਰਾ ਵਿਸਮਾਦ ਦਾ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ।
ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਂਗੇ ਫਿਰੈ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੈ ਵਿਡਾਣੀ। ਸਭ ਬਿਸਮਾਦ ਦਾ, ਬਿਸਮਾਦ ਦੇ ਵਿੱਚ ਹੀ ਫਿਰ ਸਾਰਾ ਕੁਝ ਨਜ਼ਰ ਆਉਂਦਾ ਹੈ। ਇਸ ਕਰਕੇ ਸਤਿਗੁਰ ਸਮਝਾਉਂਦੇ ਨੇ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸੁਮਾਦ ਅਨਹਤ ਤੇ ਨਾਦ। ਅਨਹਤ ਤੇ ਨਾਦ ਜਦੋਂ ਮਨ ਸੁਨ ਦੇ ਵਿੱਚ ਚੌਥੀ ਸੁਨ ਜੋ ਉੱਥੇ ਪ੍ਰਵੇਸ਼ ਕਰਦਾ ਹੈ, ਉੱਥੇ ਫਿਰ ਧਿਆਨ ਉੱਤੇ ਚੜ੍ਹਦਾ ਹੈ। ਜਿਵੇਂ ਆਪਾਂ ਨਰਸਿੰਘਾ ਦੇਖਦੇ ਹਾਂ, ਇੱਦਾਂ ਹੀ ਧਿਆਨ ਜਦੋਂ ਇੱਧਰ ਨੂੰ ਚੱਲਦੇ ਆਪਾਂ ਲੈ ਕੇ ਮਸਤਕ ਤੇ ਜਾ ਕੇ ਪ੍ਰਗਟ ਹੋ ਜਾਂਦਾ ਹੈ। ਤੇ ਉੱਥੇ ਜਾ ਕੇ ਫਿਰ ਸਤਿਗੁਰ ਸਮਝਾਉਂਦੇ, ਕਹਿਣ ਨਾ ਜਾਈ ਅਚਰਜ ਬੇਸਮਾਦ, ਜੋ ਕਿ ਕਹਿਣ ਦੇ ਵਿੱਚ ਨਹੀਂ ਹੈ, ਕਿਉਂਕਿ ਅਚਰਜ ਹੈ, ਪ੍ਰਕਾਸ਼ ਹੈ, ਬਿਸਮਾਦ ਹੈ। ਤਿਨ ਦੇਖਿਆ ਜਿਸ ਆਪ ਦਿਖਾਏ, ਜਿਸ ਤੇ ਆਪ ਕਿਰਪਾ ਕਰਦਾ ਹੈ। ਪਹਿਲਾਂ ਸੰਤ ਜਨਾਂ ਦਾ ਸੰਗ ਕਰਵਾਉਂਦਾ ਹੈ, ਸੰਤ ਜਨਾਂ ਤੋਂ ਗੁਰ ਦਾ ਗਿਆਨ ਨੇਤਰਾਂ ਦੇ ਵਿੱਚ ਪਾਉਂਦਾ ਹੈ। ਫਿਰ ਖੁਸ਼ ਹੁੰਦਾ ਹੈ ਜਿਨ੍ਹਾਂ ਤੇ ਉਹਨਾਂ ਨੂੰ ਉਹ ਬਚਨ ਮਨਾ ਲੈਂਦਾ ਹੈ, ਕਿਉਂਕਿ ਜਿਨ੍ਹਾਂ ਤੇ ਖੁਸ਼ ਨਹੀਂ ਉਹ ਸੁਣ ਕੇ ਵੀ ਮੰਨ ਨਹੀਂ ਸਕਦੇ। ਜਿਨ੍ਹਾਂ ਤੇ ਖੁਸ਼ ਹੁੰਦਾ ਉਹਨਾਂ ਨੂੰ ਗਿਆਨ ਦੇ ਵੀ ਦਿੰਦਾ ਤੇ ਮਨਾ ਵੀ ਲੈਂਦਾ ਹੈ, ਫਿਰ ਆਪਣੇ ਦਰਸ਼ਨ ਵੀ ਦਿੰਦਾ ਹੈ, ਨਾਮ ਬੁਝਾ ਦਿੰਦਾ ਹੈ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਜਿਸ ਨੂੰ ਫਿਰ ਦਿਖਾ ਦਿੱਤਾ ਉਸ ਨੂੰ ਸੋਝੀ, ਕਿਉਂਕਿ ਦੇਖਣ ਤੋਂ ਬਿਨਾਂ ਸੋਝੀ ਨਹੀਂ ਆ ਸਕਦੀ। ਭਰਮ ਦੇ ਵਿੱਚ ਹੀ ਰਹਿੰਦਾ ਜੀ। ਜਦ ਤੱਕ ਆਪਾਂ ਕਿਸੇ ਨੂੰ ਦੇਖ ਨਹੀਂ ਲੈਂਦੇ, ਉਸ ਪ੍ਰਤੀ ਸਾਡਾ ਭਰਮ ਖਤਮ ਨਹੀਂ ਹੁੰਦਾ। ਇੱਦਾਂ ਹੀ ਜਦ ਸਾਨੂੰ ਨਾਮ ਦੇ ਦਰਸ਼ਨ ਨਹੀਂ ਹੁੰਦੇ, ਨਾਮ ਪ੍ਰਤੀ ਬਹੁਤ ਲੋਕਾਂ ਦੇ ਭਰਮ ਨੇ। ਕੋਈ ਨਾਮ ਨੂੰ ਧੁਨ ਕਹਿੰਦਾ, ਕੋਈ ਆਵਾਜ਼ ਕਹਿੰਦਾ, ਕੋਈ ਕੁਛ ਕਹਿੰਦਾ ਹੈ, ਲੇਕਿਨ ਗੁਰਬਾਣੀ ਨਾਮ ਨੂੰ ਪ੍ਰਕਾਸ਼ ਕਹਿੰਦੀ ਹੈ। ਜਿਵੇਂ ਆਪਾਂ ਰਹਿਰਾਸ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਸਾਨੂੰ ਜਦੋਂ ਸੋਝੀ ਹੋਈ ਬਈ ਨਾਮ ਪ੍ਰਕਾਸ਼ ਨੂੰ ਅਸੀਂ ਜਾਣਨਾ ਹੈ, ਤੇ ਫਿਰ ਉੱਥੇ ਗੁਰ ਦੀ ਸ਼ਰਨ ਦੇ ਵਿੱਚ ਜਾ ਕੇ ਬੇਨਤੀ ਕੀਤੀ ਨਿਮਰਤਾ ਦੇ ਵਿੱਚ, ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਹੁਣ ਇੱਥੇ ਸਮਝਾਉਂਦੇ ਨੇ ਕਿ ਸਤਿਗੁਰ ਦੀ ਸ਼ਰਨ 'ਚ ਗਏ ਤੇ ਬੇਨਤੀ ਕੀਤੀ ਕਿ ਅਸੀਂ ਤਾਂ ਕੀੜੇ ਕਿਰਮ ਹਾਂ, ਤੇਰੀ ਸ਼ਰਨ 'ਚ ਆ ਗਏ, ਸਾਨੂੰ ਨਾਮ ਦਾ ਪ੍ਰਕਾਸ਼ ਕਰੋ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਜਦੋਂ ਬੇਨਤੀ ਕੀਤੀ ਤੇ ਸਮਝਾਉਂਦੇ ਨੇ ਕਿ ਮੇਰੇ ਮਿੱਤਰ ਗੁਰਦੇਵ ਨੇ ਮੈਨੂੰ ਰਾਮ ਨਾਮ ਦਾ ਪ੍ਰਕਾਸ਼ ਕਰ ਦਿੱਤਾ, ਦਰਸ਼ਨ ਹੋ ਗਏ। ਤੇ ਇੱਥੇ ਵੀ ਸਾਨੂੰ ਸੁਣਦੇ, ਪਰ ਉਹ ਕਹਿਣ ਦੇ ਵਿੱਚ ਨਹੀਂ ਹੈ, ਦਰਸ਼ਨ ਹੀ ਕਰ ਸਕਦੇ ਹਾਂ। ਕਹਿਣ ਨਾ ਜਾਏ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਜਦੋਂ ਸੋਝੀ ਹੋ ਜਾਂਦੀ ਹੈ, ਸੋਝੀ ਪਾ ਲਈ, ਸੋ ਅੰਤਰ ਸੋ ਬਾਹਰ ਅਨੰਤ। ਫਿਰ ਅੰਦਰ ਜਾ ਕੇ ਦੇਖ ਲਿਆ, ਜਾਣ ਲਿਆ, ਸੋਝੀ ਹੋ ਗਈ, 10 ਦੁਆਰਾਂ ਦੇ ਸਰੀਰ ਦਾ ਗਿਆਨ ਹੋ ਗਿਆ। ਫਿਰ ਦੇਖਿਆ ਬਾਹਰ ਵੀ ਹੋਈ ਹੈ, ਪਹਿਲਾਂ ਅੰਤਰਗਤ ਜਾ ਕੇ ਦੇਖਿਆ, ਜਦੋਂ ਦੇਖ ਲਿਆ, ਪਹਿਚਾਣ ਲਿਆ, ਭਰਮ ਪਾਸੇ ਹੋ ਗਿਆ, ਤੇ ਫਿਰ ਸਾਹਮਣੇ ਵੀ ਦੇਖਦੇ, ਫਿਰ ਉਹੀ ਹੈ। ਫਿਰ ਦੇਖਿਆ ਘਟ ਘਟ ਵਿਆਪ ਰਿਹਾ ਭਗਵੰਤ, ਘਟ ਘਟ ਦੇ ਵਿੱਚ ਹੈ। ਘਟ ਘਟ ਦੇ ਵਿੱਚ ਕੌਣ ਕਹਿ ਰਿਹਾ? ਕਹਿੰਦੇ ਨੇ ਨੌਵੇਂ ਪਾਤਸ਼ਾਹ ਸਮਝਾਉਂਦੇ ਨੇ ਕਿ ਸੰਤ ਜਨ ਨੇ ਜਿਨ੍ਹਾਂ ਨੇ ਉਸ ਦੇ ਦਰਸ਼ਨ ਕੀਤੇ ਨੇ, ਉਹ ਫਿਰ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜਮਨਾ ਪਾਉ ਨਿਤ ਉਤਰੈ ਪਾਰ। ਕਿਉਂਕਿ ਜਦੋਂ ਦਰਸ਼ਨ ਹੀ ਹੋ ਗਏ, ਮਨ ਦ੍ਰਿਸ਼ਟੀ ਅੰਮ੍ਰਿਤ ਹੋ ਗਈ, ਬ੍ਰਹਮ ਦੇ ਦਰਸ਼ਨ ਹੀ ਹੋ ਗਏ, ਫਿਰ ਉਹ ਦੂਜਿਆਂ ਨੂੰ
ਦੱਸਣਗੇ ਜਿਨ੍ਹਾਂ ਬ੍ਰਹਮ ਨੂੰ ਦੇਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸੇ ਗੁਰਸਿੱਖ ਸਤਿਗੁਰੂ ਭਗਤ ਜਿਨ੍ਹਾਂ ਆਪ ਪਰਮੇਸ਼ਰ ਨੂੰ ਜਾਣਿਆ ਤੇ ਆਪਾ ਮਿਟਾ ਕੇ ਇੱਕ ਰੂਪ ਹੋਏ, ਉਹਨਾਂ ਫਿਰ ਸਾਨੂੰ ਇਹ ਸਮਝਾਇਆ ਹੋਇਆ ਹੈ ਕਿ ਘਟ ਘਟ ਦੇ ਵਿੱਚ ਪਰਮੇਸ਼ਰ ਹੈ, ਕੋਈ ਐਸੀ ਜਗ੍ਹਾ ਨਹੀਂ ਹੈ ਜਿਸ ਦੇ ਵਿੱਚ ਨਹੀਂ ਹੈ। ਤਰਨ ਮਾਹੇ ਆਕਾਸ਼ ਪਿਆਲ, ਧਰਤੀ ਤੇ ਵੀ ਹੈ, ਆਕਾਸ਼ ਵਿੱਚ ਵੀ ਹੈ, ਪਤਾਲ ਵਿੱਚ ਵੀ, ਹਰ ਥਾਂ ਹੈ, ਐਸੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਨਹੀਂ। ਸਰਬ ਲੋਕ ਪੂਰਨ ਪ੍ਰਤਪਾਲ, ਸਾਰੇ ਲੋਕਾਂ ਨੂੰ ਪਾਲਣਹਾਰ ਪਰਮੇਸ਼ਰ ਪੂਰਨ ਹੈ, ਹਰ ਥਾਂ ਤੇ ਹੈ। ਪਤਾਲ 'ਚ ਵੀ ਪਾਲਦਾ ਹੈ, ਭੂਮਲੋਕ ਤੇ ਵੀ ਪਾਲਦਾ ਹੈ, ਆਕਾਸ਼ ਵਿੱਚ ਵੀ ਪਾਲਦਾ ਹੈ, ਕਿਉਂਕਿ ਉਹੀ ਪਾਲਣਹਾਰ ਹੈ। ਹਰ ਥਾਂ ਜੀਵ ਜੰਤ ਹੈ, ਉਹਨਾਂ ਨੂੰ ਉੱਥੇ ਪਾਲਦਾ, ਇਸ ਕਰਕੇ ਹਰ ਥਾਂ ਤੇ ਹੈ, ਕੋਈ ਜਗ੍ਹਾ ਹੀ ਨਹੀਂ ਜਿੱਥੇ ਨਹੀਂ। ਬਨ ਤਿੰਨ ਪਰਬਤ ਹੈ, ਪਰ ਬ੍ਰਹਮ ਤ੍ਰਿਨਾਂ ਵਿੱਚ ਹੈ, ਬਨਾਂ ਵਿੱਚ, ਜੰਗਲਾਂ ਵਿੱਚ, ਪਰਬਤਾਂ ਤੇ, ਹਰ ਥਾਂ ਤੇ ਪਰ ਬ੍ਰਹਮ ਹੈ। ਜੈਸੀ ਆਗਿਆ ਤੈਸਾ ਕਰਮ। ਹੁਣ ਜਿਨ੍ਹਾਂ ਜੀਵਾਂ ਨੂੰ ਇਹ ਗਿਆਨ ਕਰਵਾ ਦਿੰਦਾ ਹੈ ਪ੍ਰਭੂ, ਫਿਰ ਉਹਨਾਂ ਨੂੰ ਆਪਣੀ ਆਗਿਆ ਦੇ ਵਿੱਚ ਹੁਕਮ ਮਨਾਉਂਦਾ ਹੈ, ਆਗਿਆ ਦੇ ਵਿੱਚ ਚਲਾਉਂਦਾ ਹੈ, ਤੇ ਉਹੀ ਕਰਮ ਕਰਦੇ ਨੇ ਜਿਨ੍ਹਾਂ ਦੀ ਆਗਿਆ ਹੁੰਦੀ ਹੈ, ਜਿਨ੍ਹਾਂ ਨੂੰ ਆਪਾ ਜਨਾ ਦਿੰਦਾ, ਘਟ ਘਟ ਦੇ ਵਿੱਚ ਦਿਖਾ ਦਿੰਦਾ ਹੈ। ਪੌਣ ਪਾਣੀ ਬੈਸੰਤਰ ਮਾਹੇ, ਪੌਣ ਵਿੱਚ ਵੀ ਹੈ, ਪਾਣੀ ਵਿੱਚ ਵੀ, ਅਗਨ ਵਿੱਚ, ਹਰ ਥਾਂ ਤੇ ਹੈ। ਚਾਰ ਕੁੰਟ ਤੈ ਦਿਸੈ ਸਮਾਏ, ਫਿਰ ਤੋਂ ਚੌਥਾ ਪਦ ਜਿਹੜਾ ਹੈ, ਸਾਰੇ ਪਾਸੇ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ, ਕਿ ਚੌਥਾ ਪਦ ਪ੍ਰਗਟ ਹੋ ਜਾਂਦਾ ਹੈ, ਜਿਸ ਪ੍ਰਭੂ ਵਸਦਾ ਹੈ, ਹਰ ਥਾਂ ਤੇ ਮਾਲਕ ਦਿਸਦਾ ਹੈ। ਚੌਥੀ ਸੁਣ ਕਹਿ ਦਈਏ, ਚੌਕੁੰਟ ਕਹਿ ਦਈਏ, ਚੌਥਾ ਪਦ ਕਹਿ ਦਈਏ, ਬੈਕੁੰਠ ਵੀ ਕਹਿ ਦਈਏ। ਤਿਸ ਤੇ ਭਿੰਨ ਨਹੀਂ ਕੋ ਠਾਓ, ਕੋਈ ਜਗ੍ਹਾ ਹੀ ਨਹੀਂ ਜਿੱਥੇ ਉਹ ਨਾ ਹੋਵੇ, ਹਰ ਥਾਂ ਤੇ ਮੌਜੂਦ ਹੈ। ਗੁਰ ਪ੍ਰਸਾਦ ਨਾਨਕ ਸੁਖ ਪਾਓ, ਪਰ ਇਹ ਅਵਸਥਾ, ਇਹ ਸੁਖ ਪ੍ਰਾਪਤ ਕਿਵੇਂ ਹੁੰਦਾ ਹੈ? ਗੁਰ ਦੀ ਕਿਰਪਾ ਨਾਲ, ਕਿਉਂਕਿ ਜਦ ਤੱਕ ਸੰਤਾਂ ਤੋਂ ਗੁਰ ਦਾ ਗਿਆਨ ਨੇਤਰਾਂ 'ਚ ਨਹੀਂ ਪਵਾਉਂਦੇ, ਇਹ ਅਵਸਥਾ ਨਹੀਂ ਬਣਦੀ। ਇਸ ਕਰਕੇ ਗੁਰ ਨੂੰ ਸੁਣ ਕੇ, ਮੰਨ ਕੇ, ਪਿਆਰ ਭਰ ਕਰਕੇ, ਕਮਾ ਕੇ ਇਹ ਸੁਖ ਪ੍ਰਾਪਤ ਹੁੰਦਾ ਹੈ ਕਿ ਹਰ ਥਾਂ ਤੇ ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਵੇਦ ਪੁਰਾਣ ਸਿਮਰਤ ਮੈਂ ਦੇਖ, ਜਦੋਂ ਜਾਣ ਲਿਆ, ਗਿਆਨ ਦਾ ਸੁਰਮਾ ਨੇਤਰਾਂ 'ਚ ਪਾ ਕੇ ਪ੍ਰਭੂ ਨੂੰ ਜਾਣ ਲਿਆ, ਸਾਰੇ ਪਾਸੇ ਗੁਰ ਨੂੰ ਕਮਾ ਕੇ, ਫਿਰ ਅਸੀਂ ਵੇਦਾਂ ਸ਼ਾਸਤਰਾਂ ਨੂੰ ਜਦੋਂ ਪੜ੍ਹਾਂਗੇ, ਫਿਰ ਉਹਨਾਂ ਵਿੱਚ ਵੀ ਸਾਨੂੰ ਲਿਖਿਆ ਮਿਲੇਗਾ, क्योंकि उन्हें विच भी आप ही है। शशि और सूर्य नक्षत्र में एक, सूर्य, चंद्रमा, सूरज, तारे सारे चाप है। बाणी प्रभु की सबको बोले, फिर जेडे जीव ऐसे देख लेंदे ने हर थां ते, फिर वो प्रभु दा ज्ञान होरा जीवां नूं भी देंदे ने, सब नूं, क्योंकि जिन्हें देख लिया उन्हें ये नहीं भी इसनूं मैं दसना, इसनूं नहीं दसना, सारे दसते ने। आप अडोल ना कबहू डोलै, प्रभु अडोल है। जब प्रभु का जना देंदा है, ਜਿਹੜੇ ਉਹਨਾਂ ਨਾਲ ਜੁੜ ਜਾਂਦੇ ਨੇ ਉਹ ਵੀ ਅਡੋਲ ਹੋ ਜਾਂਦੇ ਨੇ। ਤੇ ਉਹੀ ਗਿਆਨ ਫਿਰ ਜਿਹੜਾ ਅਡੋਲ ਅਵਸਥਾ 'ਚ ਜਾਣਦਾ ਹੈ, ਦੂਜਿਆਂ ਨੂੰ ਵੀ ਦੱਸਦੇ ਨੇ, ਪਰ ਜਿਹੜੇ ਜੀਵ ਉਸ ਨੂੰ ਸੁਣ ਕੇ ਮੰਨ ਕੇ ਕਮਾਉਂਦੇ ਨੇ ਉਹ ਵੀ ਅਡੋਲ ਹੋ ਜਾਂਦੇ ਨੇ। ਪਰ ਚੌਥੇ ਪਦ ਦੇ ਵਿੱਚ ਸਾਨੂੰ ਵਿਚਰਨਾ ਪੈਂਦਾ ਹੈ, ਕਿਉਂਕਿ ਤ੍ਰੈ ਗੁਣਾਂ ਦੇ ਵਿੱਚ ਅਡੋਲ ਨਹੀਂ ਰਹਿ ਸਕਦੇ। ਤ੍ਰੈ ਗੁਣ ਮਾਇਆ ਦੇ ਨੇ, ਮਾਇਆ ਡੋਲਦੀ ਹੈ। ਜਿੰਨੀ ਦੇਰ ਮਨ ਮਾਇਆ ਨਾਲ ਲਿਪਟਿਆ ਹੈ, ਅਡੋਲ ਨਹੀਂ ਹੋ ਸਕਦਾ। ਮਹਾਰਾਜ ਸਮਝਾਉਂਦੇ ਨੇ, ਮਾਇਆ ਡੋਲੇ ਬਹੁ ਵਿਧੀ, ਮਨ ਲਪਟਿਓ ਤੇ ਸੰਗ।
ਡੋਲਣ ਤੇ ਜੇ ਤੁਮ ਰੱਖੋ ਨਾਨਕ ਨਾਮੇ ਰੰਗ। ਜੇ ਨਾਮ ਦੇ ਵਿੱਚ ਰੰਗ ਲਈਏ ਫਿਰ ਹੀ ਮਨ ਅਡੋਲ ਹੁੰਦਾ ਹੈ। ਇਸ ਕਰਕੇ ਜਿਹਨਾਂ ਜਾਣ ਲਿਆ ਉਹ ਅਡੋਲ ਨੇ, ਤੇ ਉਹ ਭਰਮ ਅਡੋਲ ਕੀ ਹੈ ਕਿ ਉਹ ਕਿਸੇ ਹੋਰ ਭਰਮ 'ਚ ਨਹੀਂ ਪੈਂਦੇ। ਉਹਨਾਂ ਨੂੰ ਦ੍ਰਿੜਤਾ ਆ ਗਈ ਹੈ ਪ੍ਰਭੂ ਦੀ। ਉਹਨਾਂ ਦਾ ਮਨ ਡੋਲਦਾ ਨਹੀਂ ਕਿ ਕਿਸੇ ਕਿਤੇ ਹੋਰ ਨਾ ਹੋਵੇ ਕਿ ਅਸੀਂ ਸਹੀ ਉਸ ਨੂੰ ਜਾਣਦੇ, ਕਿਉਂਕਿ ਜਣਾ ਦਿੱਤਾ ਹੈ। ਸਰਵ ਕਲਾ ਕਰ ਖੇਲੈ ਖੇਲ, ਸਾਰੀ ਕਲਾ ਦੇ ਵਿੱਚ ਖੇਲਦਾ ਹੈ, ਉਸ ਦਾ ਆਪਣਾ ਖੇਲ ਹੈ। ਮੋਲ ਨਾ ਪਾਈਐ ਗੁਣ ਅਮੋਲ, ਪਰ ਇਹ ਅਮੁੱਲ ਵਸਤਾ ਹੈ। ਗੁਣ ਜਿਹੜੇ ਨੇ ਕਿਸੇ ਮੁੱਲ ਨਹੀਂ ਮਿਲਦੇ, ਕਿਸੇ ਕੀਮਤ 'ਤੇ ਨਹੀਂ ਪਾਏ ਜਾ ਸਕਦੇ। ਉਸ ਨੂੰ ਪਾਉਣ ਦਾ ਇੱਕ ਹੀ ਤਰੀਕਾ ਹੈ ਕਿ ਪ੍ਰਭੂ ਤੋਂ ਮੰਗਦੇ ਹਾਂ ਕਿ ਸਾਨੂੰ ਐਸੇ ਸੰਤ ਜਨ ਦਾ ਮਿਲਾਪ ਬਖਸ਼, ਜਿਨ੍ਹਾਂ ਤੋਂ ਗਿਆਨ ਦਾ ਸੁਰਮਾ ਨੇਤਰਾਂ 'ਚ ਪੈ ਜਾਵੇ। ਤੇ ਫਿਰ ਇਹ ਪ੍ਰਭੂ ਸਾਨੂੰ ਮਨਾ ਵੀ ਲਈ, ਸਾਡੇ 'ਤੇ ਕਿਰਪਾ ਕਰਕੇ ਸਾਨੂੰ ਆਪਣੇ ਬਣਾ ਲਵੇ। ਫਿਰ ਉਹ ਪ੍ਰਭੂ ਦਇਆ ਕਰਦਾ ਹੈ। ਜੇ ਅਸੀਂ ਆਪ ਕਵਾਂਗੇ ਵੀ ਅਸੀਂ ਕਰ ਲਾਂਗੇ, ਕੋਈ ਜੀਵ ਕਹੇ ਪੁੰਨ ਦਾਨ ਕਰ ਲੂ, ਕੋਈ ਕਹੇ ਮੈਂ ਇੰਨਾ ਅਭਿਆਸ ਕਰਕੇ, ਨਹੀਂ, ਕਿਉਂਕਿ ਉਸ ਪ੍ਰਭੂ ਤੋਂ ਮੰਗਣਾ ਹੈ। ਪਰ ਸ਼ਰਨ ਦੇ ਵਿੱਚ ਜਾ ਕੇ ਗਿਆਨ ਦਾ ਸੁਰਮਾ ਨੇਤਰਾਂ 'ਚ ਪਵਾ ਕੇ ਦਰ 'ਤੇ ਬੈਠ ਕੇ ਮੰਗਦੇ ਹਾਂ, ਫਿਰ ਉਹ ਇੱਕ ਖਜ਼ਾਨਾ ਦਿੰਦਾ ਹੈ, ਕਿਸੇ ਕੀਮਤ ਤੇ ਨਹੀਂ ਮਿਲਦਾ। ਸਰਬ ਜੋਤ ਮੈਂ ਜਾ ਕੀ ਜੋਤ, ਸਾਰਿਆਂ ਦੇ ਵਿੱਚ ਉਸ ਪ੍ਰਭੂ ਦੀ ਹੀ ਜੋਤ ਹੈ, ਕਿਉਂਕਿ ਜੋਤ ਹੀ ਸਾਡਾ ਮਨ ਹੈ ਜੋ ਸਾਰਿਆਂ 'ਚ ਰੱਖੀ ਹੈ। ਧਾਰ ਰਹੋ ਸੁਆਮੀ ਓਤ ਪੋਤ, ਉਹ ਪਰਮੇਸ਼ਰ ਹਰ ਥਾਂ 'ਤੇ ਮੌਜੂਦ ਹੈ, ਲੋਕ ਤੇ ਪਰਲੋਕ ਦੇ ਵਿੱਚ ਮੌਜੂਦ ਹੈ। ਜਿਨ੍ਹਾਂ ਨੂੰ ਪ੍ਰਗਟ ਹੋ ਜਾਂਦਾ, ਲੋਕ ਦੇ ਵਿੱਚ ਵੀ ਪ੍ਰਗਟ ਹੋ ਜਾਂਦਾ ਹੈ, ਤੇ ਲੋਕ ਪਰਲੋਕ ਦੀ ਸੋਝੀ ਹੋ ਜਾਂਦੀ ਹੈ। ਤੇ ਫਿਰ ਸਾਰ ਥਾਂ ਉਹੀ ਉਸੇ ਦਾ ਆਸਰਾ ਜੀਵ ਤੱਕਦਾ ਹੈ। ਗੁਰ ਪ੍ਰਸਾਦ ਪਰਮ ਕਾ ਨਾਸ, ਪਰ ਇਹ ਭਰਮ ਦਾ ਨਾਸ ਕਿਵੇਂ ਹੁੰਦਾ ਹੈ? ਗੁਰ ਦੀ ਕਿਰਪਾ ਦੇ ਨਾਲ, ਗੁਰ ਨੂੰ ਕਮਾਉਣ ਦੇ ਨਾਲ। ਜਿੰਨੀ ਦੇਰ ਭਰਮ ਦਾ ਪੜਦਾ ਹੈ, ਉਨੀ ਦੇਰ ਸਾਡਾ ਮਨ ਅਡੋਲ ਨਹੀਂ ਰਹਿ ਸਕਦਾ, ਪਰ ਕਿਉਂਕਿ ਭਰਮ ਦੇ ਵਿੱਚ ਹਾਂ। ਇਸ ਕਰਕੇ ਪ੍ਰਭੂ ਨੂੰ ਹਰ ਥਾਂ ਨਹੀਂ ਦੇ ਸਕਦੇ, ਘਟ ਘਟ ਦੇ ਵਿੱਚ ਨਹੀਂ ਦੇਖ ਸਕਦੇ। ਜਦੋਂ ਅਸੀਂ ਗੁਰ ਨੂੰ ਕਮਾਉਂਦੇ ਹਾਂ, ਗੁਰ 'ਤੇ ਪੂਰਾ ਵਿਸ਼ਵਾਸ ਕਰਦੇ ਹਾਂ, ਹਰ ਸਿਮਰਤ ਸਾਸ ਗਰਾਸ ਪੂਰਨ ਵਿਸ਼ਵਾਸ ਕਿ ਮਨੋ ਵਿਸਾਰੀਏ ਜੀ। ਜਦੋਂ ਪੂਰਨ ਵਿਸ਼ਵਾਸ ਦੇ ਨਾਲ ਜੀਵ ਗੁਰ ਨੂੰ ਕਮਾਉਂਦਾ ਹੈ, ਸਿਮਰਦਾ ਹੈ, ਫਿਰ ਭਰਮ ਖਤਮ ਹੋ ਜਾਂਦਾ ਹੈ। ਕਿਵੇਂ ਹੁੰਦਾ ਹੈ? ਗੁਰ ਦਾ ਗਿਆਨ ਲੈਂਦਾ ਹੈ, ਫਿਰ ਨੇੜੇ ਦੇਖਦਾ ਹੈ, ਅਠੇ ਪਹਿਰ, ਫਿਰ ਭਰਮ ਖਤਮ ਹੁੰਦਾ ਹੈ। ਨਾਨਕ ਤਿਨ ਮੈਂ ਇਹ ਵਿਸ਼ਵਾਸ, ਜਿਨ੍ਹਾਂ ਦੇ ਵਿੱਚ ਇਹ ਵਿਸ਼ਵਾਸ ਆ ਜਾਂਦਾ ਹੈ ਗੁਰ 'ਤੇ, ਤੇ ਫਿਰ ਉਹਨਾਂ ਦੇ ਭਰਮ ਦਾ ਨਾਸ ਹੋ ਜਾਂਦਾ ਹੈ। ਆ ਗਿਆ ਸ਼ਬਦ ਜੋ ਆਪਾਂ ਪਹਿਲਾਂ ਵਿਚਾਰਿਆ ਸੀ, ਸੰਤ ਜਨਾਂ ਕਾ ਪੇਖਣ ਸਭ ਬ੍ਰਹਮ। ਜਦੋਂ ਭਰਮ ਦਾ ਨਾਸ ਹੀ ਹੋ ਗਿਆ, ਫਿਰ ਬ੍ਰਹਮ ਹੀ ਬ੍ਰਹਮ ਹੈ। ਬ੍ਰਹਮ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਫਿਰ ਉਹ ਅਵਸਥਾ ਬਣ ਜਾਂਦੀ ਹੈ ਕਿ ਬ੍ਰਹਮ ਹੀ ਹੈ। ਸੰਤ ਜਨਾਂ ਕਾ ਹਿਰਦਾ ਸਭ ਧਰਮ, ਸਾਰੇ ਧਰਮ ਉਹਨਾਂ ਦੇ ਹਿਰਦੇ ਵਿੱਚ ਨੇ। ਸੰਸਾਰ ਦੇ ਵਿੱਚ ਜੋ ਆਪਾਂ ਧਰਮ ਬਣਾਈ ਬੈਠੇ ਹਾਂ, ਜੋ ਕਿ ਮਨੁੱਖਾਂ ਨੇ ਆਪਣੀ ਮੱਤ ਦੁਆਰਾ ਬਣਾਏ ਨੇ, ਜਿਸ ਨੂੰ ਵੈਸੇ ਆਪਾਂ ਮੱਤ ਕਹਿ ਦਈਏ, ਹਿੰਦੂ ਮਤ, ਈਸਾਈ ਮਤ, ਇਸਲਾਮ ਮਤ, ਸਿੱਖ ਮਤ, ਬੁੱਧ ਮਤ, ਜੈਨ ਮਤ। ਪਰ ਇਹ ਜਿਹੜੀ ਮੱਤਾਂ ਨੇ, ਕਿਉਂਕਿ ਜਿਨ੍ਹਾਂ ਨੇ ਇਹ ਮੱਤਾਂ ਕਿਉਂ ਆਏ, ਧਰਮ ਕਿਉਂ ਆਏ? ਕਿਉਂਕਿ ਜਦ ਇੱਕ ਧਰਮ ਦੇ ਲੋਕ ਹੰਕਾਰੀ ਹੋ ਗਏ ਤੇ ਦੂਜਿਆਂ ਨੂੰ
ਇਹ ਸਮਝਣ ਲੱਗ ਗਏ ਕਿ ਅਸੀਂ ਹੀ ਰੱਬ ਨੂੰ ਮਿਲ ਸਕਦੇ ਹਾਂ, ਰੱਬ ਸਾਡਾ ਹੀ ਹੈ। ਜੇ ਸਾਨੂੰ ਹੀ ਗਿਆਨ ਹੈ, ਦੂਜੇ ਨੂੰ ਨਹੀਂ ਹੈ, ਤੇ ਫਿਰ ਧਰਮ ਦੇ ਨਾਂ 'ਤੇ ਪਖੰਡ ਹੋਇਆ। ਫਿਰ ਪਰਮੇਸ਼ਰ ਨੇ ਕਿਸੇ ਨਵੇਂ ਜੀਵ ਨੂੰ ਗਿਆਨ ਦੇ ਕੇ ਭੇਜਿਆ। ਜਦੋਂ ਉਸ ਦੇ ਗਿਆਨ ਨਾਲ ਚੱਲ ਕੇ ਉਸ ਨਾਲ ਜੁੜਨ ਵਾਲੇ ਜੀਵ, ਉਹ ਨਵੀਂ ਇੱਕ ਜਮਾਤ ਪੈਦਾ ਹੋ ਗਈ, ਜਦ ਕਿ ਗਿਆਨ ਸਾਰਿਆਂ ਦਾ ਇੱਕ ਹੀ ਹੈ। ਜੇ ਅੱਜ ਵੀ ਆਪਾਂ ਸਾਰੇ ਗ੍ਰੰਥਾਂ ਨੂੰ ਪੜ੍ਹ ਕੇ ਦੇਖੀਏ, ਸਾਰੇ ਗ੍ਰੰਥ ਇੱਕ ਹੀ ਗਿਆਨ ਦਿੰਦੇ ਨੇ, ਪਿਆਰ ਸਿਖਾਉਂਦੇ ਨੇ, ਦੱਸਦੇ ਨੇ ਕਿ ਪਰਮੇਸ਼ਰ ਇੱਕ ਹੈ ਤੇ ਉਹ ਜਨਮ ਮਰਨ ਤੋਂ ਰਹਿਤ ਹੈ ਤੇ ਇੱਕ ਹੀ ਪੂਜਣ ਦੇ ਲਾਇਕ ਹੈ, ਇੱਕ ਦੀ ਪੂਜਾ ਕਰਨੀ ਹੈ। ਲੇਕਿਨ ਇਹ ਉਹ ਅਵਸਥਾ 'ਚ ਜਾ ਕੇ ਇਹ ਅਵਸਥਾ ਬਣਦੀ ਹੈ ਜਿੱਥੇ ਸਾਡਾ ਦੇਖਣ ਬ੍ਰਹਮ ਹੋ ਜਾਂਦਾ ਹੈ। ਜਿਵੇਂ ਆਪਾਂ ਬਾਵਨ ਅੱਖਰੀ 'ਚ ਸਮਝਾਉਂਦੇ ਨੇ ਸਤਿਗੁਰੂ ਜੀ, ਵਾਸਦੇਵ ਸਰਵਤਰ ਮੈਂ ਊਣ ਨ ਕਤੂ ਠਾਏ, ਅੰਤਰ ਬਾਹਰ ਸੰਗ ਹੈ ਨਾਨਕ ਆਏ ਦੁਰਾਏ, ਬਾਵਾ ਵੈ ਨ ਕਰੀਏ ਕਾਹੂ, ਕਟ ਕਟ ਅੰਤਰ ਬ੍ਰਹਮ ਸਮਾਹੂ। ਬੈਰ ਵਿਰੋਧ ਮਿਟੇ ਤੇ ਮਨ ਤੇ, ਹਰ ਹਰ ਕੀਰਤਨ ਗੁਰਮੁਖ ਜੋ ਸੁਣਤੇ। ਜਿਹੜਾ ਹਰੀ ਦਾ ਕੀਰਤਨ, ਪ੍ਰਭੂ ਦਾ ਕੀਰਤਨ ਕਿਹੜਾ, ਜਿਹੜਾ ਕਲਯੁਗ ਦੇ ਵਿੱਚ ਜਿਹਨੂੰ ਪ੍ਰਧਾਨਗੀ ਹੈ, ਧਿਆਨ ਦਾ ਕੀਰਤਨ। ਗੁਰਮੁਖ ਜਪਦੇ ਨੇ ਤੇ ਅਸੀਂ ਧਿਆਨ ਲਾ ਕੇ ਉਸ ਨੂੰ ਸਮਝਣਾ, ਦੇਖਣਾ ਹੈ। ਉਹ ਫਿਰ ਉਹਨਾਂ ਦੇ ਅੰਦਰੋਂ ਇਹ ਬੈਰ ਵਿਰੋਧ ਖਤਮ ਹੁੰਦਾ ਹੈ। ਪਰ ਜਪਣ ਵਾਲਾ ਉਹ ਹੋਵੇ, ਕੀਰਤਨ ਕਰਨ ਵਾਲਾ ਉਹ ਹੋਵੇ ਜਿਸ ਦਾ ਆਪਣਾ ਆਪ ਖਤਮ ਹੋਇਆ ਹੋਵੇ, ਜਿਹਦਾ ਚੱਕਰ ਚਿੰਨ ਵਰਨਾ ਹੋਵੇ, ਜੋ ਪ੍ਰਭੂ ਰੂਪ, ਜਿਸ ਦੀ ਜੋਤ ਪ੍ਰਭੂ ਰੂਪ ਹੋ ਜਾਵੇ। ਜਿਵੇਂ ਮਹਾਰਾਜ ਸਮਝਾਉਂਦੇ ਨੇ, ਬਰਨ ਚਿਹਨ ਸਗਲੇ ਤੇ ਰਹਿਤਾ, ਹਰ ਹਰ ਨਾਨਕ ਹਰ ਹਰ ਕੀਰਤਨ ਜੋ ਕਹਿਤਾ, ਹਰ ਹਰ ਕੀਰਤਨ ਗੁਰਮੁਖ ਜੋ ਕਹਿਤਾ। ਜੋ ਹਰੀ ਦਾ ਗਿਆਨ ਦਿੰਦਾ ਹੈ, ਉਸ ਦਾ ਆਪਣਾ ਚੱਕਰ ਚਿਹਨ ਖਤਮ ਹੋ ਗਿਆ ਹੋਵੇ, ਉਹ ਪ੍ਰਕਾਸ਼ ਰੂਪ ਹੋ ਗਿਆ ਹੋਵੇ। ਫਿਰ ਉਹਨਾਂ ਤੋਂ ਕੀਰਤਨ ਸੁਣ ਕੇ ਗਿਆਨ ਦਾ ਸੁਰਮਾ ਨੇਤਰਾਂ 'ਚ ਪਵਾ ਕੇ ਫਿਰ ਹੀ ਸਾਡੇ ਅੰਦਰੋਂ ਬੈਰ ਵਿਰੋਧ ਖਤਮ ਹੁੰਦਾ ਹੈ। ਫਿਰ ਸਾਰੇ ਧਰਮ ਹਿਰਦੇ ਵਿੱਚ ਬਸ ਜਾਂਦੇ ਨੇ, ਕਿਉਂਕਿ ਇੱਕ ਹੀ ਪਰਮੇਸ਼ਰ ਹੈ ਸਾਰਿਆਂ ਦਾ, ਇੱਕ ਹੀ ਨਾਮ ਹੈ। ਜਿਵੇਂ ਆਪਾਂ ਸਾਰੇ ਕੋਈ ਵੀ ਧਰਮ ਹੈ ਨੂੰ ਮੰਨਣ ਵਾਲਾ ਹੈ, ਸਾਰੇ ਪੌਣ ਪਾਣੀ ਅਗਨ ਮਿੱਟੀ ਤੱਤ ਆਕਾਸ਼ ਤੱਤ ਇਸ ਤੋਂ ਹੀ ਪੈਦਾ ਹੋਏ ਹਾਂ। ਸਾਰਿਆਂ ਦੇ ਉਵੇਂ ਅੱਖਾਂ ਨੇ, ਉਵੇਂ ਕੰਨ ਨੇ, ਉਵੇਂ ਨੱਕ ਹੈ, ਉਵੇਂ ਰਸਨਾ ਹੈ ਤੇ ਸਵਾਸੀ ਲੈ ਕੇ ਜੀਵਤ ਨੇ, ਮੁਖਰਾਦੀ ਉਹ ਖਾਂਦੇ ਨੇ, ਪਾਣੀ ਉਹ ਲੈਂਦੇ ਨੇ, ਸਾਰਾ ਕੁਛ ਹੋਈ ਹੈ। ਲੇਕਿਨ ਫਿਰ ਵੀ ਜੀਵ ਭਰਮ ਦੇ ਵਿੱਚ ਨੇ, ਜਿੱਥੇ ਗੁਰੂ ਸਾਹਿਬਾਨਾਂ ਨੇ ਇਸ ਭਰਮ ਨੂੰ ਤੋੜਿਆ ਹੈ। ਸੋ ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਉਹ ਅਵਸਥਾ 'ਚ ਜਾ ਕੇ ਫਿਰ ਸਾਡਾ ਦੇਖਣ ਬ੍ਰਹਮ ਹੋ ਜਾਂਦਾ, ਸਾਰੇ ਸਾਡੇ ਹਿਰਦੇ ਸਾਰੇ ਧਰਮ। ਐਸੇ ਸੰਤ ਜਨਾਂ ਦੇ ਫਿਰ ਸੰਤ ਜਨਾਂ ਸੁਣੋ ਸ਼ੁਭ ਬਚਨ, ਉਹਨਾਂ ਦੇ ਬਚਨ ਸ਼ੁਭ ਨੇ ਜੋ ਸਾਨੂੰ ਪ੍ਰਭੂ ਨਾਲ ਜੋੜਦੇ ਨੇ, ਜੋ ਸਾਡੇ ਅੰਦਰੋਂ ਬੈਰ ਵਿਰੋਧ ਨਫ਼ਰਤ ਨੂੰ ਖਤਮ ਕਰਦੇ। ਸਰਬ ਵਿਆਪੀ ਰਾਮ ਸੰਗ ਰਚਨ, ਜਿਹੜੇ ਸਰਬ ਵਿਆਪੀ ਰਾਮ, ਜਿਹੜਾ ਘਟ ਘਟ ਵਿੱਚ ਹਰ ਥਾਂ ਹੈ, ਉਸ ਦੇ ਨਾਲ ਰਚ ਜਾਂਦੇ ਨੇ ਉਹ ਜੀਵ ਜਿਹੜੇ ਸੰਤ ਜਨ ਨੇ। ਜਿਨ ਜਾਤਾ ਤਿਸ ਕੀ ਰਹਿਤ, ਪਰ ਇਹ ਰਹਿਤ ਉਸੇ ਦੀ ਹੋ ਸਕਦੀ ਹੈ ਜਿਸ ਨੇ ਉਸ ਪ੍ਰਭੂ ਨੂੰ ਜਾਣ ਲਿਆ ਹੈ, ਦੇਖ ਲਿਆ ਹੈ। ਸਤ ਬਚਨ ਸਾਧੂ ਸਭ ਕਹੇ, ਉਹ ਫਿਰ ਸੱਚੇ ਵਚਨ ਕਹਿੰਦੇ ਨੇ। ਉਹ ਅਵਸਥਾ ਕਿਹੜੀ ਹੈ? ਮਾਲਕ ਉੱਥੇ ਫਿਰ ਸੰਤ ਜਨਾਂ ਨੂੰ ਡਿਊਟੀ ਲਾਉਂਦਾ ਹੈ ਕਹਿਣ ਦੀ। ਉੱਥੇ ਫਿਰ ਜਿਸ ਦੀ ਡਿਊਟੀ ਲਾਉਂਦਾ ਹੈ ਉਸ ਨੂੰ ਇੱਕ ਉੱਪਰਲਾ ਹੋਰ ਪਦਵੀ ਦਿੰਦਾ ਹੈ ਸਾਧੂ ਦੀ। ਫਿਰ ਉਹ ਸੱਚੇ ਵਚਨ ਕਹਿੰਦਾ ਹੈ। ਸਤ ਵਚਨ ਸਾਧੂ ਸਭ ਕਹਿੰਦੇ, ਜੋ ਜੋ ਹੋਏ ਸੋਈ ਸੁਖ ਮੰਨੈ, ਜੋ ਜੋ ਹੁੰਦਾ ਹੈ ਉਹ ਸੁਖ ਕਰਕੇ ਮੰਨਦਾ ਹੈ। ਕਰਨ ਕਰਾਵਨ ਹਾਰ ਭਵ ਜਾਣਾ, ਕਿਉਂਕਿ ਉਹ ਕਰਨ ਕਰਾਵਨ ਹਾਰ ਪ੍ਰਭੂ ਹੈ, ਉਸ ਨੂੰ ਜਾਣ ਲਿਆ ਹੈ। ਜਿਵੇਂ ਉਹ ਚਲਾਉਂਦਾ ਉਵੇਂ ਚੱਲਦਾ ਹੈ, ਜਿਵੇਂ ਉਹ ਕਰਦਾ ਦੁੱਖ ਦਿੰਦਾ ਸੁੱਖ ਦਿੰਦਾ, ਉਹ ਸਾਰੇ ਨੂੰ ਸੁੱਖ ਕਰਕੇ ਮੰਨਦਾ ਹੈ। ਅੰਤਰ ਵਸੇ ਬਾਹਰ ਵੀ ਉਹੀ,
ਫਿਰ ਪ੍ਰਗਟ ਹੋ ਜਾਂਦਾ, ਅੰਦਰ ਵੀ ਹੋਈ ਬਾਹਰ ਵੀ ਹੋਈ, ਹਰ ਥਾਂ ਉਹ ਮਾਲਕ ਹੈ। ਨਾਨਕ ਦਰਸ਼ਨ ਦੇਖ ਸਭ ਮੋਹੀ। ਸਭ ਥਾਂ ਦੇਖ ਕੇ ਫਿਰ ਦਰਸ਼ਨ ਹੀ ਰਹਿ ਜਾਂਦੇ ਨੇ ਪ੍ਰਭੂ ਦੇ, ਕਿਉਂਕਿ ਦਰਸ਼ਨ ਕਰਕੇ ਹੀ ਮੋਹਿਆ ਜਾਂਦਾ ਹੈ ਮਨ। ਬਿਨਾਂ ਦਰਸ਼ਨਾਂ ਤੋਂ ਆਪਾਂ ਜੇ ਜੀਵ ਮੋਹ 'ਚ ਵੀ ਫਸਦਾ ਹੈ, ਜੇ ਧੀਆਂ ਪੁੱਤਰਾਂ ਦੇ ਮੋਹ ਵਿੱਚ ਫਸਦਾ ਹੈ, ਪਹਿਲਾਂ ਧੀ ਪੁੱਤਰ ਜਨਮ ਲੈਂਦੇ ਨੇ, ਦੇਖਦੇ ਨੇ। ਇੱਦਾਂ ਹੀ ਪ੍ਰਭੂ ਨੂੰ ਜਦੋਂ ਮਨ ਪ੍ਰਭੂ ਦੇ ਮੋਹ ਵਿੱਚ ਫਸਦਾ ਹੈ, ਦਰਸ਼ਨ ਕਰਕੇ ਹੀ ਫਸਦਾ ਹੈ। ਆਪ ਸਤ ਕੀ ਸਭ ਸਤ। ਮੋਹ ਹੈ ਹਰ ਜੀਵ ਕਰਦਾ ਹੈ, ਲੇਕਿਨ ਜੇ ਅਸੀਂ ਮੋਹ ਪ੍ਰਭੂ ਦੇ ਨਾਲ ਕਰਦੇ ਹਾਂ ਫਿਰ ਸਾਨੂੰ ਸੁੱਖ ਮਿਲੇਗਾ। ਜੇ ਮਾਇਆ ਨਾਲ ਕਰਦੇ ਹਾਂ ਫਿਰ ਦੁੱਖ ਮਿਲੇਗਾ। ਪ੍ਰਭੂ ਨਾਲ ਮੋਹ ਹੋਏਗਾ, ਪ੍ਰਭੂ 'ਚ ਜਾ ਕੇ ਸਮਾਵਾਂਗੇ। ਮਾਇਆ ਦੇ ਵਿੱਚ ਮੋਹ ਰਹੇਗਾ ਤੇ ਬਾਰ-ਬਾਰ ਮਾਇਆ ਦੇ ਵਿੱਚ ਜਨਮ, ਲੋਕ ਦੇ ਵਿੱਚ ਜਨਮ ਲਵਾਂਗੇ। ਇਸ ਕਰਕੇ ਅਸੀਂ ਪ੍ਰਭੂ ਨਾਲ ਪਿਆਰ ਪਾਉਣਾ ਹੈ। ਆਪ ਸਤ ਕੀ ਸਭ ਸਤ। ਫਿਰ ਆਪ ਕਰਨ ਵਾਲਾ ਹੁੰਦਾ ਹੈ ਸਤ। ਉਹਨਾਂ ਦੁਆਰਾ ਆਪ ਆਪਣਾ ਗਿਆਨ ਦਿੰਦਾ ਹੈ। ਇਸ ਕਰਕੇ ਜੋ ਕਰਦਾ ਹੈ ਸਤ ਹੈ, ਆਪ ਹੈ। ਤਿਸ ਪ੍ਰਭ ਤੇ ਸਗਲੀ ਉਤਪਤ। ਉਸ ਪ੍ਰਭੂ ਤੋਂ ਇਹ ਸਾਰੀ ਸਗਲੀ ਉਤਪਤੀ ਹੋਈ ਹੈ ਤੇ ਆਪ ਗੁਪਤ ਹੈ। ਫਿਰ ਜਦੋਂ ਖੁਸ਼ ਹੁੰਦਾ ਹੈ ਫਿਰ ਆਪਾ ਜਨਾ ਕੇ ਭੇਦ ਦਿੰਦਾ ਹੈ। ਫਿਰ ਸਾਨੂੰ ਪਤਾ ਚੱਲਦਾ ਹੈ ਕਿ ਇਹ ਸਿਰਜਣਹਾਰ ਹੈ, ਇਹ ਪਾਲਣਹਾਰ ਹੈ। ਤਿਸ ਭਾਵੇ ਤਾਂ ਕਰੇ ਵਿਸਥਾਰ। ਜਦੋਂ ਉਸ ਨੂੰ ਪਾਉਂਦਾ ਹੈ ਵਿਸਥਾਰ ਕਰਦਾ ਹੈ। ਇੱਕ ਸੰਸਾਰ ਦਾ ਵਿਸਥਾਰ ਹੈ, ਇੱਕ ਫਿਰ ਆਪਣਾ ਗਿਆਨ ਪ੍ਰਗਟ ਕਰ ਦਿੰਦਾ ਹੈ। ਆਪਾ ਲੋਕਾਂ ਨੂੰ ਬੁਝਾ ਦਿੰਦਾ ਹੈ, ਇੱਕ ਤੋਂ ਅਨੇਕਾਂ ਨੂੰ ਬੁਝਾ ਦਿੰਦਾ ਹੈ। ਪਰ ਜਦੋਂ ਉਸ ਨੂੰ ਪਾਉਂਦਾ ਹੈ ਤਿਸ ਭਾਵ ਹੈ ਤਾਂ ਏਕ ਓਂਕਾਰ। ਜਦੋਂ ਫਿਰ ਉਸ ਨੂੰ ਪਾਉਂਦਾ ਹੈ ਫਿਰ ਲੋਕਾਂ ਨੂੰ ਭੁਲਾ ਦਿੰਦਾ ਹੈ। ਫਿਰ ਆਪ ਗੁਪਤ ਹੋ ਜਾਂਦਾ ਹੈ ਤੇ ਜਦੋਂ ਪਾਉਂਦਾ ਹੈ ਲੋਕਾਂ ਨੂੰ ਜਲਾ ਦਿੰਦਾ ਹੈ। ਅਨੇਕ ਕਲਾ ਲਖੀ ਨਾ ਜਾਏ। ਕਿਉਂਕਿ ਉਸ ਪ੍ਰਭੂ ਜਿਹੜੀ ਉਸ ਦੀ ਕਲਾ ਹੈ, ਅਸੀਂ ਉਸ ਦੀਆਂ ਕਲਾ ਨੂੰ, ਉਸ ਦੇ ਭੇਤ ਨੂੰ ਲੱਖ ਨਹੀਂ ਸਕਦੇ। ਹਾਂ, ਉਹ ਪ੍ਰਭੂ ਚਾਹੁੰਦਾ ਹੈ, ਸਾਨੂੰ ਜਨਾ ਦਿੰਦਾ ਹੈ, ਭੇਤ ਦਿੰਦਾ ਹੈ, ਪਰ ਆਪਣੇ ਆਪ ਅਸੀਂ ਨਹੀਂ ਕਰ ਸਕਦੇ। ਜਿਸ ਭਾਵੈ ਤਿਸ ਲੈ ਮਿਲਾਏ। ਜੋ ਉਸ ਨੂੰ ਪਾਉਂਦਾ ਹੈ ਉਸ ਨੂੰ ਮਿਲਾ ਲੈਂਦਾ ਹੈ, ਉਸ ਨੂੰ ਸਭ ਕੁਝ ਜਨਾ ਦਿੰਦਾ ਹੈ, ਉਸ ਨੂੰ ਸਮਤ ਦਿੰਦਾ ਹੈ। ਪਰ ਜੇ ਆਪਣੀ ਮਤ ਨਾਲ ਅਸੀਂ ਕਹੀਏ, ਅਸੀਂ ਨਹੀਂ ਉਸ ਨੂੰ ਲੱਗ ਸਕਦੇ, ਅਸੀਂ ਉਸ ਦਾ ਭੇਦ ਨਹੀਂ ਪਾ ਸਕਦੇ। ਕਵਣ ਨਿਕਟ ਕਵਣ ਕਹੀਏ ਦੂਰ। ਹੁਣ ਜਿਹਨੇ ਨੂੰ ਆਪ ਜਨਾ ਦਿੰਦਾ, ਬੁਝਾ ਦਿੰਦਾ ਹੈ, ਉਹ ਨੇੜੇ ਦੇਖਦੇ ਨੇ ਪ੍ਰਭੂ ਨੂੰ, ਤੇ ਜਿਹਨੇ ਉਸ ਤੋਂ ਵਿਛੜੇ ਨੇ ਉਸ ਨੂੰ ਦੂਰ ਸਮਝਦੇ ਨੇ। ਆਪੇ ਆਪ ਭਰਪੂਰ ਹੈ, ਹਰ ਥਾਂ ਭਰਪੂਰ। ਪਰ ਇੱਕ ਨੂੰ ਜਨਾ ਦਿੰਦਾ ਹੈ, ਮਿਲਾ ਲੈਂਦਾ ਹੈ, ਉਹਨਾਂ ਨੂੰ ਹਰ ਥਾਂ ਭਰਪੂਰ ਦਿਸਦਾ ਹੈ, ਨੇੜੇ ਦਿਸਦਾ ਹੈ, ਘਟ ਘਟ ਦੇ ਵਿੱਚ ਦਿਸਦਾ ਹੈ। ਇੱਕ ਨੂੰ ਨਹੀਂ ਮਿਲਾਉਂਦਾ, ਨਹੀਂ ਪ੍ਰਗਟ ਹੁੰਦਾ, ਨਹੀਂ ਸੰਤ ਜਨਾਂ ਦਾ ਸੰਗ ਬਖਸ਼ਦਾ, ਨਹੀਂ ਵਿਸ਼ਵਾਸ ਆਉਣ ਦਿੰਦਾ, ਤੇ ਉਹ ਉਸ ਨੂੰ ਦੂਰ ਸਮਝਦੇ ਨੇ। ਅੰਤਰਗਤ ਜਿਸ ਆਪ ਜਨਾਏ। ਪਹਿਲਾਂ ਅੰਤਰਗਤ ਜਨਾਉਂਦਾ ਹੈ, ਅੰਤਰਗਤ ਜਨਾਉਣ ਤੋਂ ਬਾਅਦ ਫਿਰ ਬਾਹਰ ਪ੍ਰਗਟ ਹੁੰਦਾ ਹੈ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਉਸ ਜਨ ਨੂੰ ਆਪ ਬੁਝਾ ਦਿੰਦਾ ਹੈ। ਜਿਹੜੇ ਅੰਤਰਗਤ ਜਾਂਦੇ ਨੇ ਗਿਆਨ ਲੈ ਕੇ, ਉਹਨਾਂ ਨੂੰ ਪ੍ਰਗਟ ਹੋ ਜਾਂਦਾ, ਉਸ ਨੂੰ ਬੁਝਾ ਦਿੰਦਾ ਹੈ, ਉਹਨਾਂ ਦੇ ਹਿਰਦੇ ਵਿੱਚ ਬਸਦਾ ਹੈ, ਉਹਨਾਂ ਨੂੰ ਸਾਰੀ ਸੋਚੀ ਦਿੰਦਾ ਹੈ। ਉਹ ਨੇੜੇ ਦੇਖਣ ਦਾ ਅਭਿਆਸ ਕਰਦੇ ਨੇ। ਸਦਾ ਨਿਕਟ ਨਿਕਟ ਹਰ ਜਾਣ, ਸੋ ਦਾਸ ਦਰਗਹਿ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ
ਸੋ ਜੀ ਪਰੇ, ਸਗਲ ਸੰਗ ਆਤਮ ਉਦਾਸ, ਨਾਨਕ ਐਸੀ ਜੁਗਤ ਰਾਮਦਾਸ। ਇੱਦਾਂ ਫਿਰ ਜਿਨ੍ਹਾਂ ਨੂੰ ਆਪਣੇ ਦਾਸ ਬਣਾਉਂਦਾ ਹੈ, ਉਹਨਾਂ ਨੂੰ ਆਪ ਬੁਝਾਉਂਦਾ ਹੈ, ਆਪ ਸੋਝੀ ਦਿੰਦਾ ਹੈ। ਸਰਬ ਭੂਤ ਆਪ ਵਰਤਾਰਾ। ਫਿਰ ਸਾਨੂੰ ਪਤਾ ਚੱਲਦਾ ਹੈ ਕਿ ਸਾਰੇ ਸਰੀਰਾਂ ਦੇ ਵਿੱਚ ਆ ਵਸਦਾ ਹੈ, ਘਟ ਘਟ ਦੇ ਵਿੱਚ ਵਸਦਾ ਹੈ, ਤੇ ਸਾਰਿਆਂ ਚੋਂ ਬੈਠ ਕੇ ਸਰਬ ਨੈਣ ਆਪ ਵੇਖਣ ਹਾਰਾ, ਸਾਡੇ ਸਾਰਿਆਂ ਦੇ ਨੇਤਰਾਂ ਚੋਂ ਆਪ ਦੇਖਦਾ ਹੈ। ਜੇ ਆਪਾਂ ਕੋਈ ਮਾੜਾ ਕਰਮ ਕਰਦੇ ਹਾਂ, ਸਾਨੂੰ ਕੋਈ ਵੀ ਨਹੀਂ ਦੇਖਦਾ, ਸਾਡੇ ਨੇਤਰਾਂ 'ਚ ਬੈਠਾ ਪਰਮੇਸ਼ਰ ਹੀ ਸਾਨੂੰ ਦੇਖ ਰਿਹਾ ਹੈ। ਆਪਾਂ ਸਭ ਤੋਂ ਛੁਪਾ ਸਕਦੇ, ਪਰ ਪਰਮੇਸ਼ਰ ਤੋਂ ਕੁਝ ਵੀ ਨਹੀਂ ਛੁਪਾ ਸਕਦੇ। ਪਰਮੇਸ਼ਰ ਨੂੰ ਤਾਂ ਸਾਡਾ ਲਿਆ ਫੁਰਨਾ ਵੀ ਪਤਾ ਚੱਲਦਾ ਹੈ। ਅਸੀਂ ਇੱਕ ਸੋਚਿਆ ਤੇ ਪਰਮੇਸ਼ਰ ਨੂੰ ਜਾਣ ਲਿਆ, ਕਿਉਂਕਿ ਘਟ ਘਟ ਤੇ ਅੰਤਰ ਦੀ ਜਾਣਦਾ ਹੈ। ਇਸ ਕਰਕੇ ਸਾਧੂ ਸਮਝਾਉਂਦੇ ਨੇ ਕਿ ਉਹ ਸਾਰਿਆਂ ਦੇ ਨੇਤਰਾਂ 'ਚ ਬੈਠਾ ਦੇਖ ਰਿਹਾ ਹੈ। ਕਦੇ ਭੁੱਲ ਕੇ ਵੀ ਕੋਈ ਮਾੜਾ ਕਰਮ ਨਾ ਕਰੀਏ ਕਿ ਕਿਹੜਾ ਕੋਈ ਦੇਖਦਾ ਹੈ, ਕਿਉਂਕਿ ਜਿਸ ਤੋਂ ਡਰਨਾ ਹੈ ਉਹ ਤਾਂ ਸਦਾ ਸੰਗ ਹੈ, ਉਹ ਹਮੇਸ਼ਾ ਦੇਖਦਾ ਹੈ। ਜਿਸ ਦਾ ਡਰ ਬਹੁਤ ਹੈ, ਕਿਉਂਕਿ ਬਹੁਤ ਲੰਮੀ ਸਜ਼ਾ ਹੈ। ਜੰਮਣਾ ਹੈ, ਮਰਨਾ ਹੈ, ਫਿਰ ਜੰਮਣਾ ਹੈ, ਜੰਮੈ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਈ ਪਏ ਦੇਸ਼ ਲੰਮੇ। ਫਿਰ ਬਹੁਤ ਸਜ਼ਾ ਹੈ। ਇਸ ਕਰਕੇ ਹੋਰ ਕਿਸੇ ਤੋਂ ਡਰੀਏ ਨਾ ਡਰੀਏ, ਲੇਕਿਨ ਪਰਮੇਸ਼ਰ ਤੋਂ ਡਰਨਾ ਹੈ। ਜੇ ਸਾਡੇ ਅੰਦਰ ਪਰਮੇਸ਼ਰ ਦਾ ਡਰ ਬਸ ਗਿਆ ਤੇ ਫਿਰ ਸਾਨੂੰ ਹੋਰ ਤੋਂ ਡਰਨ ਦੀ ਲੋੜ ਵੀ ਨਹੀਂ ਹੈ, ਕਿਉਂਕਿ ਅਸੀਂ ਕੁਛ ਮਾੜਾ ਹੀ ਨਹੀਂ ਕਰਾਂਗੇ। ਇਸ ਕਰਕੇ ਸਤਿਗੁਰ ਸਮਝਾਉਂਦੇ ਨੇ, ਸਗਲ ਸਮਗਰੀ ਚਾਕਾ ਤਨਾ। ਇਹ ਉਹ ਸਾਰਾ ਕੁਛ ਹੀ ਉਸੇ ਦਾ ਆਪਣਾ ਅਸਥੂਲ ਰੂਪ ਹੈ। ਦੋ ਰੂਪ ਨੇ, ਇੱਕ ਪ੍ਰਕਾਸ਼ ਤੇ ਇੱਕ ਅਸਥੂਲ, ਇੱਕ ਸਰਗੁਣ ਤੇ ਇੱਕ ਨਿਰਗੁਣ। ਇਹ ਜਿਹੜਾ ਅਸਥੂਲ ਹੈ ਉਹ ਸਾਰਾ ਉਸਦਾ ਆਪਣਾ ਹੀ ਸਰੀਰ ਹੈ, ਉਹ ਆਪ ਹੀ ਹੈ। ਆਪਨ ਜਸ ਆਪ ਹੀ ਸੁਣਾ। ਆਪਣਾ ਜਸ ਆਪ ਆਪਣੇ ਜਨਾਂ ਦੁਆਰਾ ਆਪ ਕਰਦਾ ਤੇ ਆਪ ਹੀ ਦੂਜਿਆਂ 'ਚ ਬੈਠਾ ਸੁਣਦਾ ਵੀ, ਕਿਉਂਕਿ ਸਾਰੇ ਸਰੀਰਾਂ 'ਚ ਵਸਦਾ ਹੈ, ਸਾਰੇ ਨੇਤਰਾਂ ਦੁਆਰਾ ਦੇਖਦਾ ਹੈ, ਸਾਰਿਆਂ ਦੇ ਕੰਨਾਂ ਦੁਆਰਾ ਸੁਣਦਾ ਹੈ। ਆਵਣ ਜਾਣ ਇੱਕ ਖੇਲ ਬਣਾਇਆ। ਇਹ ਆਵਣ ਜਾਵਣ ਇੱਕ ਖੇਲ ਹੈ ਪ੍ਰਭੂ ਦਾ ਬਣਾਇਆ ਹੋਇਆ, ਜਿਸ ਵਿੱਚ ਮਨ ਸਵੇਰੇ ਇਸ ਮਾਇਆ ਦੇ ਦੇਸ਼ ਵਿੱਚ ਆਉਂਦਾ ਹੈ ਤੇ ਮਾਇਆ ਮਨ ਨੂੰ ਆਪਣੇ ਜਾਲ 'ਚ ਫਸਾ ਲੈਂਦੀ ਹੈ, ਤੇ ਸ਼ਾਮ ਨੂੰ ਜਦੋਂ ਪ੍ਰਭੂ ਦਾ ਹੁਕਮ ਹੁੰਦਾ ਹੈ ਮਾਇਆ ਨੂੰ ਕਿ ਤੂੰ ਹੁਣ ਇਸ ਨੂੰ ਆਜ਼ਾਦ ਕਰ ਦੇ, ਤੇ ਮਾਇਆ ਸਾਨੂੰ ਆਜ਼ਾਦ ਕਰ ਦਿੰਦੀ ਹੈ। ਅਸੀਂ ਲੋਕ ਇਸ ਸਰੀਰ ਨੂੰ, ਸੰਸਾਰ ਨੂੰ ਭੁੱਲ ਜਾਂਦੇ ਹਾਂ, ਕਿਉਂਕਿ ਪ੍ਰਭੂ ਦੀ ਆਗਿਆ ਦੇ ਵਿੱਚ ਮਾਇਆ ਹੈ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਜਿਨ੍ਹਾਂ ਨੂੰ, ਜਿਹੜੇ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ, ਪਰਮੇਸ਼ਰ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ, ਉਹ ਜਦੋਂ ਚਾਹੁਣ ਮਾਇਆ ਨੂੰ ਛੱਡ ਦਿੰਦੇ ਨੇ, ਜਦੋਂ ਚਾਹੁਣ ਮਾਇਆ ਛੱਡ ਆ ਜਾਂਦੇ ਨੇ, ਕਿਉਂਕਿ ਆਗਿਆ ਦੇ ਵਿੱਚ ਹੈ। ਸਭ ਕੈ ਮਦ ਅਲਿਪਤ ਰਹੇ। ਆਪ ਪ੍ਰਭੂ ਸਾਰਿਆਂ 'ਚ ਰਹਿ ਕੇ ਵੀ ਅਲਿਪਤ ਹੈ, ਨਿਰਲੇਪ ਹੈ। ਸਾਰੇ ਸਰੀਰਾਂ 'ਚ ਵਸ ਕੇ ਵੀ ਮਾਇਆ ਤੋਂ ਨਿਰਲੇਪ ਹੈ। ਜੋ ਕਿਛ ਕਹਿਣਾ ਸੋ ਆਪੇ ਕਹੇ। ਪਰ ਫਿਰ ਵੀ ਜਦੋਂ ਜਨਾ ਦਿੰਦਾ ਹੈ, ਫਿਰ ਜੋ ਕੁਛ ਕਹਿਣਾ ਆਪ ਕਹਿੰਦਾ ਹੈ, ਆਪਣੇ ਜਨਾਂ ਦੁਆਰਾ ਆਪ ਕਹਿੰਦਾ ਹੈ। ਆਗਿਆ ਆਵੈ ਆਗਿਆ ਜਾਏ। ਆਗਿਆ ਦੇ ਵਿੱਚ ਜੀਵ ਆਉਂਦਾ ਹੈ, ਜਿਹਨੂੰ ਜਨਾ ਦਿੰਦਾ, ਆਗਿਆ ਚਲੇ ਜਾਂਦਾ ਹੈ। ਆਗਿਆ ਕੀ ਹੈ? ਨਾਮ, ਹੁਕਮ। ਨਾਮ ਦੇ ਵਿੱਚ ਸਮਾ ਕੇ ਆਉਂਦਾ, ਨਾਮ ਦੇ ਵਿੱਚ ਸਮਾ ਕੇ ਚਲੇ ਜਾਂਦਾ। ਇੱਥੇ ਨਾਮ ਦੇ ਵਿੱਚ ਸਮਾਇਆ ਰਹਿੰਦਾ ਹੈ। ਨਾਨਕ ਜਾ ਪਾਵੇ ਤਾਂ ਲੈ ਸਮਾਏ। ਜਦੋਂ ਪ੍ਰਭੂ ਨੂੰ ਪਾਉਂਦਾ ਹੈ
ਫਿਰ ਉਸ ਨੂੰ ਆਪਣੇ 'ਚ ਸਮਾ ਲੈਂਦਾ ਹੈ। ਇਸਤੇ ਹੋਏ ਸੋ ਨਾਹੀ ਬੁਰਾ। ਕਦੇ ਵੀ ਜਦੋਂ ਅਸੀਂ ਪ੍ਰਭੂ ਦੇ ਹੋ ਜਾਂਦੇ ਹਾਂ ਜਾਂ ਉਸ ਦੇ ਜਨ ਨੇ, ਕਦੇ ਕੁਛ ਬੁਰਾ ਨਹੀਂ ਕਰਦੇ, ਕਿਉਂਕਿ ਬੁਰਾ ਨਹੀਂ ਹੋ ਸਕਦਾ। ਪ੍ਰਭੂ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਸਾਡੀ ਸੋਚ ਦੁਆਰਾ ਕੁਛ ਬੁਰਾ ਹੋ ਸਕਦਾ ਹੈ ਕਿ ਸਾਨੂੰ ਨਾ ਪਾਉਂਦਾ ਹੋਵੇ, ਲੇਕਿਨ ਪ੍ਰਭੂ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ, ਭਲਾ ਹੀ ਕਰਦਾ ਹੈ। ਸਾਨੂੰ ਅਸੀਂ ਬੇਸ਼ੱਕ ਨਾ ਸਮਝ ਸਕੀਏ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ। ਉਹ ਸਦਾ ਦਿਆਲੂ ਹੈ, ਇਸ ਕਰਕੇ ਉਸ ਤੇ ਬੁਰਾ ਨਹੀਂ ਹੁੰਦਾ। ਉਹਦੇ ਜਾਨੂ ਦੇ ਹੁਕਮ ਦੇ ਵਿੱਚ ਨੇ, ਇਸ ਕਰਕੇ ਉਹ ਵੀ ਕਿਸੇ ਦਾ ਬੁਰਾ ਨਹੀਂ ਕਰਦੇ, ਕਿਸੇ ਨੂੰ ਮਾੜਾ ਗਿਆਨ ਨਹੀਂ ਦਿੰਦੇ, ਕਿਸੇ ਨੂੰ ਗਲਤ ਗਾਈਡ ਨਹੀਂ ਕਰਦੇ, ਕਿਸੇ ਨੂੰ ਮੰਦਾ ਨਹੀਂ ਆਖਦੇ। ਉਰੇ ਕਹੋ ਕਿਨੈ ਕਛ ਕਰਾਂ, ਕਿਉਂਕਿ ਉਹ ਫਿਰ ਆਪ ਕਰਾਉਣ ਵਾਲਾ ਹੈ, ਇਸ ਕਰਕੇ ਉਹ ਬੁਰਾ ਨਹੀਂ ਕਰਦਾ। ਉਹਦੇ ਹੁਕਮ 'ਚ ਚੱਲਦੇ ਨੇ ਜਿਨ੍ਹਾਂ ਦੁਆਰਾ, ਇਹ ਸਾਰਾ ਆਪ ਪ੍ਰਭੂ ਫਿਰ ਦਇਆ ਕਰਦਾ ਹੈ। ਆਪ ਭਲਾ ਕਰਤੂਤ ਨਹੀਂ ਕੀ, ਕਿਉਂਕਿ ਆਪ ਪ੍ਰਭੂ ਭਲਾ ਹੈ। ਭਲੇ ਇਨਸਾਨ ਦੀ ਕਰਤੂਤ ਵੀ ਭਲੀ ਹੋਏਗੀ, ਉਸਦਾ ਕਰਮ ਵੀ ਭਲਾ ਹੋਏਗਾ। ਕਰਤੂਤ ਕੀ ਹੈ? ਕਰਮ। ਭਲਾ ਮਨੁੱਖ ਦੇ ਕਰਮ ਵੀ ਭਲੇ ਹੋਣਗੇ। ਐਦਾਂ ਪ੍ਰਭੂ ਭਲਾ ਹੈ, ਭਲਾ ਹੀ ਕਰਦਾ ਹੈ, ਇਸ ਕਰਕੇ ਉਸਦਾ ਕਰਮ ਵੀ ਭਲਾ ਹੈ, ਉਸਦਾ ਕਰਮ ਵੀ ਨੀਕਾ ਹੈ, ਚੰਗਾ ਹੈ, ਭਲਾ ਹੈ। ਆਪੇ ਜਾਣਾ ਆਪਣੇ ਜੀ, ਆਪ ਜਾਣਦਾ ਹੈ ਆਪਣੇ ਜੀ ਦਾ। ਜੀ ਕਿਆ ਹੈ? ਮਨ। ਆਪਣੇ ਮਨ ਦਾ ਆਪ ਫਿਰ ਭਲਾ ਕਰਦਾ ਹੈ, ਕਿਉਂਕਿ ਉਸਨੂੰ ਪਤਾ ਕਿ ਕੀ ਭਲਾ ਹੈ ਕਿ ਬੁਰਾ ਹੈ। ਆਪ ਸਾਚ ਧਾਰੀ ਸਭ ਸੱਚ। ਆਪ ਸੱਚ ਹੈ, ਉਸਦਾ ਧਾਰਿਆ ਹੋਇਆ ਵੀ ਸਾਰਾ ਕੁਝ ਸੱਚ ਹੈ। ਜਦੋਂ ਜਨਾਈ ਦਿੰਦਾ ਫਿਰ ਸਾਰਾ ਸੱਚ ਹੀ ਨਜ਼ਰ ਆਉਂਦਾ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਦਾ ਆਖ ਲੱਖ ਕਰੋੜ, ਸੱਚੇ ਸਭ ਤਾਨ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ। ਜਿਹੜੇ ਸੱਚ ਨੂੰ ਧਿਆਉਂਦੇ ਨੇ ਉਹਨਾਂ ਵਾਸਤੇ ਸੱਚ ਹੀ ਸੱਚ ਹੈ। ਜੋ ਮਰ ਜੰਮੇ ਸੋ ਕੱਚ ਹੁੰਦਾ। ਜਿਹਨਾਂ ਸੱਚ ਨੂੰ ਨਹੀਂ ਜਾਣਿਆ, ਜੰਮਣ ਮਰਨ 'ਚ ਨੇ ਉਹ ਨਿਕੱਚ ਨੇ, ਉਹ ਸੱਚ ਨੂੰ ਨਹੀਂ ਜਾਣਦੇ, ਉਹ ਕੂੜ ਦੇ ਨਾਲ ਹੀ ਜੁੜੇ ਨੇ। ਪਰ ਜਿਹਨਾਂ ਨੂੰ ਜਲਾ ਦਿੰਦਾ ਹੈ ਉਹਨਾਂ ਵਾਸਤੇ ਫਿਰ ਸਾਰਾ ਸੱਚ ਹੀ ਸੱਚ ਹੈ। ਓਤ ਪੋਤ ਆਪਣ ਸੰਗਰਾਜ। ਜਿਨ੍ਹਾਂ ਜਨਾਂ ਨੂੰ ਜਲਾ ਦਿੰਦਾ ਹੈ, ਆਪ ਧਾਰਦਾ ਹੈ, ਉਹਨਾਂ ਦੇ ਸਦਾ ਸੰਗ ਰਹਿੰਦਾ ਹੈ। ਓਤ ਪੋਤ ਆਪਣ ਸੰਗਰਾਜ, ਆਪਣੇ ਨਾਲ ਰੱਤ ਕੇ ਰੱਖਦਾ ਹੈ ਪ੍ਰਭੂ। ਜਿਵੇਂ ਮਾਂ ਬਾਪ ਹੈ, ਬੱਚੇ ਛੋਟੇ ਨੂੰ ਛੱਡਦੇ ਨਹੀਂ, ਜਿੱਧਰ ਨੂੰ ਜਾਂਦੇ ਨਾਲ ਹੀ ਲੈ ਕੇ ਜਾਂਦੇ ਉਂਗਲੀ ਫੜ ਕੇ। ਐਦਾਂ ਪ੍ਰਭੂ ਆਪਣੇ ਜਨਾਂ ਨੂੰ ਨਾਲ ਹੀ ਰੱਖਦਾ ਹੈ, ਆਪਣੇ ਸੇ ਰੱਤ ਕੇ ਰੱਖਦਾ ਹੈ, ਤਾਂ ਕਿ ਗਤ ਮਿਤ ਕਹੀ ਨਾ ਜਾਏ। ਹੁਣ ਉਸ ਦੀ ਗਤ ਮਿਤ ਕਹੀ ਨਹੀਂ ਜਾ ਸਕਦੀ, ਨਾ ਪ੍ਰਭੂ ਦੀ, ਨਾ ਉਸ ਦੇ ਜਨਾਂ ਦੀ, ਕਿਉਂਕਿ ਉਸ ਨੇ ਆਪਣੇ 'ਚ ਰੱਤੇ ਹੋਏ ਨੇ, ਆਪਣੇ ਸੰਗ ਰੱਖਦਾ ਹੈ। ਦੂਸਰ ਹੋਏ ਤਾਂ ਸੋਝੀ ਪਾਏ। ਕੋਈ ਦੂਜਾ ਹੋਏ ਫਿਰ ਸੋਝੀ ਪਾਏ, ਪਰ ਦੂਜਾ ਹੈ ਨਹੀਂ। ਇਸ ਕਰਕੇ ਆਪ ਹੀ ਆਪਣੀ ਮਿੱਤ ਜਾਣਦਾ ਹੈ, ਪਰ ਜਿਹੜੇ ਜਨਾਂ ਨੂੰ ਆਪਣੇ ਨਾਲ ਰੱਖਦਾ ਹੈ, ਰੱਤ ਕੇ ਰੱਖਦਾ, ਆਪਣੇ ਸੰਗੀ ਬਣਾ ਲੈਂਦਾ ਹੈ, ਉਹਨਾਂ ਨੂੰ ਫਿਰ ਆਪ ਆਪਣਾ ਗਿਆਨ ਕਰਵਾਉਂਦਾ ਹੈ। ਤਿਸਕਾ ਕੀਆ ਸਭ ਪ੍ਰਵਾਨ। ਉਸ ਦਾ ਕੀਤਾ ਸਭ ਕੁਝ ਪ੍ਰਵਾਨ ਹੈ, ਪਰ ਕਰਦਾ ਕਿਵੇਂ ਹੈ? ਆਪਣੇ ਜਨਾਂ ਦੁਆਰਾ। ਉਸ ਦਾ ਦਿੱਤਾ ਗਿਆਨ ਪ੍ਰਵਾਨ ਹੈ। ਜਿਨ੍ਹਾਂ ਜੀਵਾਂ ਨੇ ਆਪਣੇ ਆਪ ਨੂੰ ਪਹਿਚਾਣ ਲਿਆ ਹੈ, ਉਹਨਾਂ ਜਦੋਂ ਦਿੱਤਾ ਹੋਇਆ ਜਿਹੜਾ ਬਚਨ ਹੈ, ਜਿਸ ਨੂੰ ਪ੍ਰਵਾਨਾ ਵੀ ਕਿਹਾ ਗੁਰਬਾਣੀ ਦੇ ਵਿੱਚ, ਉਹ ਵੀ ਫਿਰ ਪੂਰਾ ਹੁੰਦਾ ਹੈ। ਮਤ ਪਤ ਪੂਰੀ, ਪੂਰਾ
ਪਰਵਾਨਾ, ਨਾ ਆਵੇ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣ, ਪ੍ਰਭ ਜੈਸੇ ਅਬਿਨਾਸੀ। ਇਸ ਕਰਕੇ ਉਹ ਕੀਤਾ, ਫਿਰ ਉਸ ਦਾ ਦਿੱਤਾ ਬਚਨ ਪ੍ਰਵਾਨ ਹੈ। ਪਰ ਦਿੰਦਾ ਕੌਣ ਹੈ? ਆਪ ਆਪਣੇ ਜਨਾਂ ਦੀ ਰਸਨਾ ਤੇ ਬੈਠ ਕੇ। ਗੁਰ ਪ੍ਰਸਾਦ ਨਾਨਕ ਜਾਣ। ਹੁਣ ਉਸ ਦਾ ਦਿੱਤਾ ਬਚਨ ਗੁਰ ਹੈ ਜਿਹੜਾ, ਉਸ ਨੂੰ ਕਮਾ ਕੇ ਹੀ ਇਹ ਸਾਰਾ ਆਪਾਂ ਜਾਣ ਸਕਦੇ ਹਾਂ। ਜੇ ਗੁਰ ਦਾ ਗਿਆਨ ਨੇਤਰਾਂ 'ਚ ਨਹੀਂ ਪਾਉਂਦੇ, ਆਪਾਂ ਨੂੰ ਉਸ ਦੀ ਸੋਝੀ ਨਹੀਂ ਆਉਣੀ। ਜੋ ਜਾਣੈ ਤਿਸ ਸਦਾ ਸੁਖ ਹੋਏ। ਜਿਸ ਨੇ ਜਾਣ ਲਿਆ, ਗੁਰ ਦਾ ਗਿਆਨ ਲੈ ਕੇ, ਉਸ ਨੂੰ ਸਦਾ ਸੁਖ ਹੈ। ਆਪ ਮਿਲਾਏ ਲਏ ਪ੍ਰਭ ਸੋਏ। ਆਪ ਪ੍ਰਭੂ ਉਹਨਾਂ ਨੂੰ ਮਿਲਾ ਲੈਂਦਾ ਹੈ ਤੇ ਉਹਨਾਂ ਜਨਾਂ ਦੁਆਰਾ ਦੂਜਿਆਂ ਨੂੰ ਵੀ ਮਿਲਾਉਂਦਾ ਹੈ। ਪਰ ਜਿਨ੍ਹਾਂ ਨੇ ਜਾਣ ਲਿਆ, ਜਿਨ੍ਹਾਂ ਜਾਣਿਆ ਹੀ ਨਹੀਂ, ਉਹ ਦੂਜੇ ਨੂੰ ਕੀ ਦੱਸਣਗੇ। ਉਹ ਧਨਵੰਤ ਕੁਲਵੰਤ ਪਤਵੰਤ, ਜਿਸ ਨੂੰ ਜਨਾ ਲਿਆ, ਆਪਣੇ ਨਾਲ ਮਿਲਾ ਲਿਆ ਹੈ ਪ੍ਰਭੂ ਨੇ, ਉਸੇ ਨੂੰ ਗੁਰਬਾਣੀ ਅਨੁਸਾਰ ਧਨਵੰਤ, ਕਿਉਂਕਿ ਉਸਦੇ ਕੋਲ ਪ੍ਰਭੂ ਤੋਂ ਵੱਡਾ ਧਨ ਕੀ ਹੈ। ਜਿਸ ਦਾ ਪ੍ਰਭੂ ਨੇ ਆਪਣੇ ਹੀ ਬਣਾ ਲਿਆ, ਉਸ ਤੋਂ ਉੱਪਰ ਫਿਰ ਕੀ ਹੈ। ਇਸ ਕਰਕੇ ਉਸ ਨੂੰ ਸਭ ਤੋਂ ਧਨਵੰਤ ਕਿਹਾ ਹੈ। ਕੁਲਵੰਤ, ਹੁਣ ਉਹ ਅਸਲੀ ਕੁਲ ਵਾਲਾ ਹੈ, ਕਿਉਂਕਿ ਉਸ ਦੀ ਕੁਲ ਕਿਹੜੀ ਹੋ ਜਾਂਦੀ ਹੈ? ਉਹ ਪ੍ਰਭੂ ਦੀ ਕੁਲ ਦਾ ਹੋ ਜਾਂਦਾ ਹੈ। ਜਿਵੇਂ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਪੀਰ ਪੈਗੰਬਰ ਜੋ ਪ੍ਰਭੂ ਦੀ ਕੁਲ ਦੇ ਨੇ, ਉਵੇਂ ਉਹ ਵੀ ਉਸ ਕੁਲ ਦੇ ਵਿੱਚ ਹੋ ਜਾਂਦਾ ਹੈ। ਇਸ ਕਰਕੇ ਉਸ ਨੂੰ ਕੁਲ ਵਾਲਾ, ਸ੍ਰੇਸ਼ਟ ਕੁਲ ਵਾਲਾ ਕਹਿ ਦਿੰਦੇ ਨੇ। ਪਤਵੰਤ, ਉਸੇ ਨੂੰ ਮਾਣ ਇੱਜ਼ਤ ਮਿਲਦੀ ਹੈ, ਉਹ ਹੀ ਪਤ ਵਾਲਾ ਹੈ। ਕਿੱਥੇ ਪਤ ਮਿਲਦੀ ਹੈ? ਪ੍ਰਭੂ ਦੀ ਸ਼ਰਨ ਦੇ ਵਿੱਚ, ਪ੍ਰਭੂ ਦੀ ਦਰਗਾਹ ਦੇ ਵਿੱਚ। ਕਿਉਂਕਿ ਸੰਸਾਰ ਦੀ ਜਿਹੜੀ ਪਤ ਥੋੜ੍ਹੇ ਸਮੇਂ ਤੇ ਹੈ, ਕਦੇ ਹੋ ਜਾਂਦੀ ਕਦੇ ਨਹੀਂ, ਪਰ ਉੱਥੇ ਸਦੀ ਵੀ ਪਤ ਹੈ। ਇਸ ਕਰਕੇ ਉਸ ਨੂੰ ਪਤਵੰਤ ਕਹਿ ਦਿੱਤਾ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਉਹਦੇ ਹਿਰਦੇ 'ਚ ਪਰਮੇਸ਼ਰ ਵਸ ਜਾਂਦਾ ਹੈ, ਉਹ ਜੀਵਨ ਮੁਕਤ ਹੋ ਜਾਂਦਾ ਹੈ। ਜਿਨ੍ਹਾਂ ਤੇ ਆਪ ਖੁਸ਼ ਹੁੰਦਾ ਹੈ, ਜਿਨ੍ਹਾਂ ਨੂੰ ਮਿਲਾ ਲੈਂਦਾ ਹੈ, ਜਨਾ ਦਿੰਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਉਹਦੇ ਹਿਰਦੇ 'ਚ ਆਪ ਪ੍ਰਭੂ ਵਸ ਜਾਂਦਾ ਹੈ। ਧਨ 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 ਜਨ ਆਇਆ, ਤੇ ਐਸਾ ਜਨ ਆਉਣਾ ਮਹਾਰਾਜ ਕਹਿੰਦੇ ਧਨ ਹੈ। ਪਰ ਆਇਆ ਹੋਇਆ ਧਨ ਕਿਵੇਂ? ਆਪ ਨਹੀਂ ਹੋਇਆ ਕਿ ਆਪ ਜਨਮ ਲੈ ਕੇ ਆਪ ਹੀ ਧਨ ਹੋ ਗਿਆ, ਨਹੀਂ, ਐਸਾ ਨਹੀਂ ਹੈ। ਕਿਉਂਕਿ ਪ੍ਰਭੂ ਨੇ ਉਸ ਨੂੰ ਜਨਾਇਆ, ਆਪਾਂ ਨੇ ਨਾਲ ਮਿਲਾਇਆ। ਖੁਸ਼ ਹੋਇਆ ਪ੍ਰਭੂ ਉਸ 'ਤੇ। ਕਿਉਂ ਖੁਸ਼ ਹੋਇਆ? ਕਿਉਂਕਿ ਉਸਨੇ ਸਭ ਕੁਝ ਤਿਆਗ ਕੇ ਪ੍ਰਭੂ ਨੂੰ ਮੰਗਿਆ। ਉਸਨੇ ਸਭ ਕੁਝ ਤਿਆਗ ਕੇ ਉਸਦੇ ਸੰਤਾਂ ਦੀ ਸੰਗਤ ਮੰਗੀ। ਉਹਨਾਂ 'ਤੇ ਪ੍ਰਭੂ ਫਿਰ ਖੁਸ਼ ਹੁੰਦਾ ਹੈ, ਫਿਰ ਉਹਨਾਂ ਨੂੰ ਧਨਤਾ ਦੇ ਯੋਗ ਬਣਾ ਦਿੰਦਾ ਹੈ। ਜਿਸ ਪ੍ਰਸਾਦ ਸਭ ਜਗਤ ਰਾਇਆ, ਫਿਰ ਉਹਨਾਂ ਦੁਆਰਾ ਗਿਆਨ ਦੇ ਕੇ ਸੰਸਾਰ ਨੂੰ ਤਾਰਦਾ ਹੈ। ਕਿਉਂਕਿ ਪ੍ਰਭੂ ਸਰੀਰ ਦੇ ਵਿੱਚ ਨਹੀਂ ਹੈ, ਉਹ ਜਨਮ ਮਰਨ ਦੇ ਵਿੱਚ ਨਹੀਂ ਹੈ। ਹੁਣ ਆਪਾਂ ਸਰੀਰ, ਹਰ ਇੱਕ ਜੀਵ ਸਰੀਰ ਨੂੰ ਆਪਣੀ ਮਤ ਨਾਲ ਚਲਾਉਂਦਾ ਹੈ, ਆਪਣੀ ਮਤ ਨਾਲ ਬੋਲਦਾ ਹੈ। ਜਿਹੜਾ ਜੀਵ ਆਪਣੀ ਮਤ ਨਹੀਂ ਛੱਡਦਾ ਤੇ ਪਰਮੇਸ਼ਰ ਉਸ ਨੂੰ ਕਿਵੇਂ ਚਲਾਏਗਾ? ਇਸ ਕਰਕੇ ਜਿਹੜੇ ਆਪਣੀ ਮਤ ਛੱਡਦੇ ਨੇ, ਆਪਣਾ ਤਨ ਮਨ ਧਨ ਪ੍ਰਭੂ ਨੂੰ ਸੌਂਪਦੇ ਨੇ, ਫਿਰ ਪ੍ਰਭੂ ਉਹਨਾਂ ਦੁਆਰਾ ਗਿਆਨ ਦਿੰਦਾ ਹੈ। ਫਿਰ ਉਸ ਰਸਨਾ ਤੋਂ ਬੋਲਦਾ ਹੈ, ਹੱਥਾਂ ਨਾਲ ਸਮਝਾਉਂਦਾ ਹੈ, ਮਾਰਗ ਦਾ ਭੇਦ ਦਿੰਦਾ ਹੈ। ਫਿਰ ਜਾ ਕੇ ਆਪ ਪ੍ਰਭੂ ਉਹਨਾਂ ਦੁਆਰਾ ਗਿਆਨ ਦੇ ਕੇ ਸੰਸਾਰ ਨੂੰ ਤਾਰ ਲੈਂਦਾ ਹੈ। ਜਨ ਆਵਨ ਕਾ ਇਹ ਸੁਆਓ। ਹੁਣ ਫਿਰ ਜਨ ਦੇ ਆਉਣ ਦਾ ਮਨੋਰਥ ਇਹ ਹੈ। ਪਰ ਜਨ ਦਾ ਜਦ ਤੱਕ ਸਾਨੂੰ ਆਪਣੇ ਬਣਾ ਨਹੀਂ ਲੈਂਦਾ, ਅਸੀਂ ਉਹਦੇ ਜਨ ਨਹੀਂ ਬਣਦੇ। ਪਰ ਜੇ ਜਨ ਬਣ ਕੇ ਵੀ ਅਸੀਂ ਇਹ ਗਿਆਨ ਨਹੀਂ ਦਿੰਦੇ, ਫਿਰ ਅਸੀਂ ਜਿਸ ਵਾਸਤੇ ਪ੍ਰਭੂ ਨੇ ਸਾਨੂੰ ਆਪਣੇ ਬਣਾਇਆ ਸੀ, ਜੇ ਆਪਣੀ ਮਤ ਨਹੀਂ ਛੱਡਦੇ,
ਫਿਰ ਸਾਡਾ ਮਨੋਰਥ ਵੀ ਪੂਰਾ ਨਹੀਂ ਹੁੰਦਾ ਜਿਹੜਾ ਸਾਡੇ ਆਉਣ ਦਾ ਮਨੋਰਥ ਹੈ। ਜਨ ਕੈ ਸੰਗ ਚਿਤ ਆਵੈ ਨਾ, ਜਦੋਂ ਜਨ ਦਾ ਸੰਗ ਹੋਵੇ ਤਾਂ ਸਾਡੇ ਚਿੱਤ 'ਚ ਨਾਮ ਦਾ ਭੇਤ ਆਵੇ, ਅਸੀਂ ਨਾਮ ਸਾਡੇ ਮਨ ਵਿੱਚ ਪ੍ਰਗਟ ਹੋਵੇ, ਇਹ ਮਨੋਰਥ ਹੈ। ਆਪ ਮੁਕਤ ਕਰੇ ਸੰਸਾਰ, ਆਪ ਵੀ ਮੁਕਤ ਹੋਵੇ ਤੇ ਸੰਸਾਰ ਨੂੰ ਵੀ ਮੁਕਤ ਕਰੇ। ਪ੍ਰਭੂ ਮੁਕਤੀ ਦਾ ਦਾਤਾ ਪ੍ਰਭੂ ਹੈ। ਸੰਤਾਂ ਨੇ ਸਾਨੂੰ ਗਿਆਨ ਦੇਣਾ ਹੈ ਤੇ ਪਰਮੇਸ਼ਰ ਨੇ ਸਾਨੂੰ ਮੁਕਤੀ ਦੇਣੀ ਹੈ, ਪਰ ਸੇਵਾ ਸਾਨੂੰ ਦੋਨਾਂ ਦੀ ਕਰਨੀ ਪੈਂਦੀ ਹੈ। ਸੰਤ ਦੀ ਟਹਿਲ ਵੀ ਮਹਾਰਾਜ ਤੇ ਹਰੀ ਦੀ ਸੇਵਾ ਵੀ ਕਰਨੀ ਪੈਂਦੀ ਹੈ, ਪਰ ਜਦ ਤੱਕ ਸੰਤਾਂ ਦਾ ਸੰਗ ਨਹੀਂ ਕਰਦੇ ਤੇ ਪਰਮੇਸ਼ਰ ਦੀ ਸ਼ਰਨ ਵਿੱਚ ਜਾ ਕੇ ਸੇਵਾ ਨਹੀਂ ਕਰ ਸਕਦੇ। ਇਸ ਕਰਕੇ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਸੇਵਾ ਨੂੰ ਦੋਨੋਂ ਭਲੇ ਨੇ। ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਾ, ਸੰਤ ਜਪਾਵੈ ਨਾਮ। ਸੰਤ ਜਨ ਸਾਨੂੰ ਉਸ ਨਾਮ ਦਾ ਅਭਿਆਸ ਕਰਵਾਉਂਦੇ ਨੇ ਤੇ ਜਿਹਦੇ ਨਾਲ ਪਰਮੇਸ਼ਰ ਸਾਨੂੰ ਮੁਕਤੀ ਦਿੰਦਾ ਹੈ। ਪਹਿਲਾਂ ਸੰਤ ਦੀ ਸਟਾਈਲ ਕਰਨੀ ਹੈ, ਨਾਮ ਤੇ ਆਉਣਾ ਹੈ, ਫਿਰ ਜਾ ਕੇ ਹਰੀ ਪ੍ਰਗਟ ਹੁੰਦਾ, ਫਿਰ ਹਰੀ ਸਾਨੂੰ ਮੁਕਤੀ ਦਿੰਦਾ ਹੈ। ਸੋ ਇਸ ਕਰਕੇ ਮੇਰਾ ਸਮਝਾਉਂਦੇ ਨੇ ਆਪ ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਐਸੇ ਜਨ ਨੂੰ ਸਦਾ ਨਮਸਕਾਰ। ਨਮਸਕਾਰ ਕਿਵੇਂ? ਬਸ ਨੇਤਰ ਸਮ ਕਰਕੇ ਮਨ ਨੂੰ ਨੀਵਾ ਕਰਨਾ, ਕਿਉਂਕਿ ਕੋਈ ਸਰੀਰ ਨਹੀਂ ਕਿ ਸਰੀਰਾਂ ਨੂੰ ਮੱਥੇ ਟੇਕਦੇ ਜਿਵੇਂ ਹੈ। ਬਸ ਜੁਗਤੀ ਗੁਰ ਨੂੰ ਕਮਾਉਣਾ ਹੀ ਉਹਨਾਂ ਦੀ ਨਮਸਕਾਰ ਹੈ। ਮਨ ਨੂੰ ਨਿਭਾਉਣਾ ਪ੍ਰਭੂ ਦੇ ਚਰਨਾਂ ਦੇ ਵਿੱਚ, ਕਿਉਂਕਿ ਉਹ ਪ੍ਰਭੂ 'ਚ ਰਤੇ ਨੇ, ਸਮਾਏ ਨੇ, ਉਹੀ ਉਹਨਾਂ ਨੂੰ ਨਮਸਕਾਰ ਹੈ। ਸੋ ਆਓ ਗੁਰਮੁਖ ਪਿਆਰਿਓ, ਹੁਣ ਆਪਾਂ ਥੋੜਾ ਅਭਿਆਸ ਕਰੀਏ। ਨਾਲ ਆਪਾਂ ਪਹਿਲਾਂ ਜੁਗਤੀ ਲਾਵਾਂਗੇ, ਟਾਈਮ ਵੀ ਥੋੜਾ ਹੈ। ਆਹੋ ਕਿਵੇਂ ਕਰਨਾ ਹੈ? ਗਿਆਨ ਦਾ ਜਿਹੜਾ ਸੁਰਮਾ ਨੇਤਰਾਂ 'ਚ ਕੀ ਹੈ, ਗੁਰਜੁਗਤੀ ਹੈ ਕਿ ਦੋਨਾਂ ਨੇਤਰਾਂ ਨੂੰ ਪਹਿਲਾਂ ਇਸ ਪੁਆਇੰਟ ਤੇ ਸਮ ਕਰਨਾ ਜਿੱਥੋਂ ਸਵਾਸਾਂ ਦਾ ਅੰਤਰਗਤ ਜਾਣ ਦਾ ਗਿਆਨ ਹੈ, ਤੇ ਇੱਥੇ ਸਮ ਕਰਕੇ ਆਪਣੇ ਆਪ ਦੀ ਪਹਿਚਾਣ ਕਰਨੀ ਹੈ। ਇੱਥੇ ਦ੍ਰਿਸ਼ਟੀ ਫੋਕਸ ਕਰਕੇ ਆਪਾਂ ਦੇਖਣਾ ਹੈ। ਇੱਥੇ ਕੀ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਜਾਂ ਨਹੀਂ। ਜਦੋਂ ਇੱਥੇ ਧਿਆਨ ਟਿਕਾਵਾਂਗੇ, ਜੇ ਨੱਕ ਨਜ਼ਰ ਆਉਂਦਾ ਸਾਨੂੰ, ਫਿਰ ਜਿਹੜਾ ਸਾਡਾ ਮਨ ਹੈ ਦੋ ਦ੍ਰਿਸ਼ਟੀ ਦੇ ਵਿੱਚ ਹੈ, ਦੁਚਿੱਤੀ ਦੇ ਵਿੱਚ ਹੈ। ਜੇ ਨੱਕ ਨਜ਼ਰ ਨਹੀਂ ਆਉਂਦਾ ਫਿਰ ਇੱਕ ਦ੍ਰਿਸ਼ਟ ਹੈ। ਜੇ ਨਜ਼ਰ ਆਉਂਦਾ ਹੈ, ਜੇ ਨਜ਼ਰ ਨਹੀਂ ਆਉਂਦਾ ਫਿਰ ਆਪਾਂ ਇੱਕ ਦ੍ਰਿਸ਼ਟ ਹੈ। ਜੇ ਨਜ਼ਰ ਆਉਂਦਾ ਹੈ ਫਿਰ ਆਪਾਂ ਇਹ ਦੇਖਣਾ ਵੀ ਕਿਸ ਪਾਸਿਓਂ ਨਜ਼ਰ ਆਉਂਦਾ ਹੈ, ਸੱਜੇ ਖੱਬੇ ਜਾਂ ਵਿਚਾਲੇ ਦਵੱਲੇ ਤੋਂ। ਕਿਉਂਕਿ ਜੇ ਸੱਜੇ ਹੈ ਤਮੋ ਗੁਣੀ ਹਾਂ, ਜੇ ਖੱਬੇ ਰਜੋ ਗੁਣੀ, ਤੇ ਜੇ ਵਿਚਾਲੇ ਸਤੋ ਗੁਣੀ ਹਾਂ। ਜੇ ਨਜ਼ਰ ਆਉਂਦਾ ਤਾਂ ਇੱਕ ਦ੍ਰਿਸ਼ਟ ਹਾਂ ਜਿੱਥੇ ਮਨ ਦੇਵਤਾ ਅਵਸਥਾ ਦੇ ਵਿੱਚ ਹੈ। ਸੋ ਇੱਦਾਂ ਆਪਣੇ ਆਪ ਨੂੰ ਪਹਿਚਾਣ ਕੇ, ਕਿਉਂਕਿ ਜੇ ਨਹੀਂ ਵੀ ਆਉਂਦਾ, ਜਦ ਤੱਕ ਅਸੀਂ ਗੁਰ ਨਹੀਂ ਲੈਂਦੇ, ਕਮਾਉਂਦੇ ਨਹੀਂ, ਮੁਕਤ ਨਹੀਂ ਹੋ ਸਕਦੇ, ਅੰਮ੍ਰਿਤ ਨਹੀਂ ਪ੍ਰਾਪਤ ਹੁੰਦਾ। ਉਹ ਵੀ ਲੋਚਦੇ ਨੇ, ਸੋ ਨਰ ਮੋਜਨ ਅੰਮ੍ਰਿਤ ਲੋਚਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੋ ਉਸ ਤੋਂ ਬਾਅਦ ਆਪਾਂ ਫਿਰ ਇੱਥੇ ਸਮ ਕਰਕੇ ਦੇਖਣਾ। ਉਸ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਤੇ ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਚੁੱਕੋ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਸਾਹਮਣੇ ਲੈ ਆਉਣਾ ਧਿਆਨ। ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ ਤੇ ਦ੍ਰਿਸ਼ਟੀ ਨੂੰ ਫੋਕਸ ਕਰਨਾ ਹੈ। ਇਸ ਤਰੀਕੇ ਨਾਲ ਜੇ ਕਿਸੇ ਨੂੰ ਨੱਕ ਦਿਸਦਾ ਹੈ, ਉਸਨੇ ਦੁਬਾਰਾ, ਜਦੋਂ ਆਪਾਂ ਦੁਬਾਰਾ ਆ ਕੇ ਸਮ ਕਰਾਂਗੇ, ਦੇਖਣਾ ਹੈ ਕਿ ਹੁਣ ਦਿਸ ਨੂੰ ਹਟ ਗਿਆ। ਜੇ ਨੱਕ ਨਜ਼ਰ ਆਉਣੋਂ ਹਟ ਗਿਆ ਤੇ ਇੱਕ ਦ੍ਰਿਸ਼ਟ ਹੋ ਗਿਆ, ਜਾਂ ਹਲਕਾ ਹਲਕਾ ਇੱਕ ਪਰਛਾਈ ਦੀ ਤਰ੍ਹਾਂ ਇਸ ਪਾਸੇ ਸਾਨੂੰ
ਨਜ਼ਰ ਆ ਸਕਦਾ ਖੱਬੇ ਪਾਸੇ, ਕਿਉਂਕਿ ਇਸ ਨਿਨੇਤ ਨੇ ਇਸ ਪਾਸੇ ਆਉਣਾ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਅਭਿਆਸ ਕਰਨਾ ਹੈ। ਫਿਰ ਨੀਚੇ ਜਿਵੇਂ ਜਿਵੇਂ ਸਮਾਂ ਹੋਏਗਾ, ਆਓ ਪਹਿਲਾਂ ਨੇਤਰ ਸਮ ਕਰੀਏ, ਆਪਣੇ ਆਪ ਨੂੰ ਦੇਖੀਏ, ਦ੍ਰਿਸ਼ਟੀ ਇੱਥੇ ਫੋਕਸ ਕਰਕੇ ਦੇਖੀਏ ਕਿ ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਜਿਹੜੇ ਦੂਜੇ ਨੇ ਉਹਨਾਂ ਆਪਣਾ ਪ੍ਰਕਾਸ਼, ਕਿਉਂਕਿ ਉਹਨਾਂ ਦਾ ਨੱਕ ਪ੍ਰਕਾਸ਼ ਹੋ ਜਾਂਦਾ ਹੈ, ਸ਼ੀਸ਼ੇ ਵਾਂਗੂ ਚਮਕਦਾ ਹੈ। ਫਿਰ ਹੌਲੀ ਹੌਲੀ ਮੁਖ ਵੀ ਪ੍ਰਕਾਸ਼ ਹੋ ਜਾਂਦਾ ਹੈ। ਜਿੰਨੀ ਕਿਸੇ ਦੀ ਅਵਸਥਾ ਹੈ ਉਹ ਆਪਾਂ ਆਓ ਪਹਿਲਾਂ ਦੇਖੀਏ, ਆਪਣੇ ਆਪ ਨੂੰ ਪਰਖੀਏ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। ਫਿਰ ਸਾਹਮਣੇ ਲੈ ਕੇ ਆਓ। फिर नक ते सम करके देखो। फिर दृष्टि फोकस करके अपने आप को देखो। जो कोई नवा जीव नक दिसदा सी पहला, हुण देखो कि दिसनों हट गया। कि जे दिसनों हट गया तो एक दृष्ट हो गया। एक चित्त एक दृष्ट हो के ही आपां ते आ सकते हैं। यही फिर प्रभु दीयां वडियाइयां ने। नीचे लै जो ध्यान। नीचे जिथे भी आप बैठे, जो थले विछया है, फर्ज करो आप बैड ते बैठे हैं, चादर विछी है, चादर तो थोड़ा ऊपर आप देखने की कोशिश करनी है, क्योंकि चादर तो ऊपर सानू प्रकाश की हलचल अनुभव होनी शुरू हो जाएगी। जिवें सरोवर दे विच जल दीयां लहरां हुंदियां ने, इदां इत्थे प्रकाश दीयां लहरां सानू अनुभव होनियां शुरू हो जाए।
ਫਿਰ ਸਮ ਕਰਕੇ ਦੇਖੀਏ ਆਪਣੇ ਆਪ ਨੂੰ, ਦ੍ਰਿਸ਼ਟੀ ਫੋਕਸ ਕਰਕੇ ਫਿਰ ਆਪਣੇ ਆਪ ਨੂੰ ਨੱਕ ਤੇ ਧਿਆਨ ਲਗਾ ਕੇ ਆਪਣੇ ਆਪ ਨੂੰ ਫਿਰ ਦੇਖੀਏ, ਆਪਣੇ ਆਪ ਨੂੰ ਫਿਰ ਪਹਿਚਾਨੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਾਂ ਮਨ ਨੂੰ ਨਿਵਾਉਣਾ ਹੈ, ਲੋਇਨ ਨੀਚੇ ਕਰਕੇ ਆਪਾਂ ਅਭਿਆਸ ਕਰਨਾ ਹੁੰਦਾ ਹੈ। ਇਸ ਪੁਆਇੰਟ ਤੇ ਆਉਣਾ, ਫਿਰ ਨੀਚੇ ਇੱਧਰ ਨੂੰ ਆਪਾਂ ਅੰਤਰਗਤ ਚਲੇ ਜਾਵਾਂਗੇ। ਇੱਧਰ ਨੂੰ ਸਾਡਾ ਧਿਆਨ ਬਾਹਰ ਚਲੇ ਜਾਂਦਾ ਹੈ, ਜਿੱਥੋਂ ਪੌਣ ਸਵਾਸ ਆ ਰਿਹਾ ਸਾਨੂੰ ਇਸ ਪਾਸੇ ਨੂੰ ਜਾਵਾਂਗੇ, ਅਸੀਂ ਸਹਿਜ ਗੁਫਾ ਚਲੇ ਜਾਵਾਂਗੇ, ਅੰਤਰਗਤ ਚਲੇ ਜਾਵਾਂਗੇ। ਇੱਥੇ ਸਾਨੂੰ ਪ੍ਰਕਾਸ਼ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਅਤੇ ਆਪਾਂ ਉਸ ਦੇ ਨਾਲ ਪਿਆਰ ਪਾਵਾਂਗੇ ਅਤੇ ਪਿਆਰ ਪਾਉਂਦੇ ਪਾਉਂਦੇ ਦੇਖ ਦੇਖ ਕੇ ਹੀ ਮਨ ਨਿਰਮਲ ਹੋਣਾ ਹੈ ਅਤੇ ਦੇਖ ਦੇਖ ਕੇ ਹੀ ਆਪਾਂ ਸਮਾ ਜਾਣਾ ਹੈ। ਆਪਾ ਖਤਮ ਹੋ ਜਾਂਦਾ ਹੈ ਮਨ ਦਾ ਆਕਾਰ, ਮਨ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਹੋ ਗਿਆ ਅਤੇ ਮਨ ਦਾ ਅਸਥੂਲ ਰੂਪ ਖਤਮ ਹੋ ਜਾਂਦਾ ਹੈ। ਸੋ ਇਸ ਤਰੀਕੇ ਨਾਲ ਆਪਾਂ ਆਪ ਵੀ ਮੁਕਤ ਹੋ ਸਕਦੇ ਹਾਂ, ਅੱਗੇ ਹੋਰਾਂ ਨੂੰ ਵੀ ਮੁਕਤ ਕਰ ਸਕਦੇ ਹਾਂ। ਹਿਰਦੇ 'ਚ ਸਾਡੇ ਪ੍ਰਭੂ ਵਸ ਗਿਆ, ਅਸੀਂ ਜੀਵਨ ਮੁਕਤ ਹੋ ਜਾਂਦੇ ਹਾਂ। ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।